ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਾਖੀ ਘੱਲੂ ਘਰ ਪੜੋਲ ਕਠੂਹੇ ਕੀ, ਦੋਹਰਾ ਪੜੋਲ ਕਠੂਹੋਂ ਬਸੋਲੀ ਜੰਬੂ ਜਿਲੋ ਸੁਆਹੇ। ਘੱਲੂ ਘਾਰੋ ਅਤ ਵੱਡੋ ਭਇਓ ਆਰਦ ਥੋ ਵਾਹੇ। ਪੜੋਲ ਕਠੂਹੋਂ ਬਸੋਲੀ ਜੰਬੂ ਜਿਲੋ ਸੁਆਹੇ। ਘੱਲੂ ਘਾਰੋ ਅਤ ਵੱਡੋ ਭਇਓ ਆਦ ਥੋ ਵਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰ ਦੀ ਅਪਾਰ ਬਖਸ਼ਿਸ਼ ਦੇ ਨਾਲ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ। ਦਾਸ ਤੋਂ ਪਹਿਲਾਂ ਆਪ ਜੀ ਨੇ ਅਤੀ ਸਤਿਕਾਰਯੋਗ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਤੋਂ ਗੁਰੂ ਉਸਤਤ ਦੇ ਵਿੱਚ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਤੇ ਬੀਤੇ ਦਿਨਾਂ ਤੋਂ ਜੋ ਆਪ ਜੀ ਇਤਿਹਾਸ ਸਰਵਣ ਕਰ ਰਹੇ ਸੋ ਕਿ ਜਦੋਂ ਗੁਰੂ ਕੇ ਸਿੰਘਾਂ ਨੇ ਜਾ ਕਰਕੇ ਜਸਪਤ ਰਾਏ ਨੂੰ ਮਾਰਿਆ, ਜਸਪਤ ਰਾਏ ਦੀ ਮੌਤ ਤੋਂ ਬਾਅਦ ਜਿਹੜਾ ਲਖਪਤ ਰਾਏ ਹੈ ਜਿਹਨੇ ਭਾਈ ਮਨੀ ਸਿੰਘ ਜੀ ਨੂੰ ਵੀ ਖਾਲਸਾ ਜੀ ਗ੍ਰਿਫਤਾਰ ਕਰਵਾ ਕੇ ਸ਼ਹੀਦ ਕਰਵਾਇਆ, ਉਹ ਵੀ ਸਿੰਘਾਂ ਦੇ ਉੱਤੇ ਹੋਰ ਅਤਿਆਚਾਰ ਕਰਨੇ ਸ਼ੁਰੂ ਕਰਦਾ, ਜ਼ੁਲਮ ਕਰਨੇ ਸ਼ੁਰੂ ਕਰ ਦਿੰਦਾ। ਹੁਣ ਪੰਥ ਦੇ ਵਿੱਚ ਜਿਹੜੇ ਵੱਡੇ ਤੇ ਛੋਟੇ ਘੱਲੂਘਾਰੇ ਹੋਏ ਉਹ ਸਮਾਂ ਆਪਾਂ ਸਰਵਣ ਕਰਾਂਗੇ ਕਿ ਐਸੇ ਸਮੇਂ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਕਿਹੜੇ ਹਾਲਾਤਾਂ ਤੋਂ ਗੁਜ਼ਰਨਾ ਕੀਤਾ। ਸੋ ਆਓ ਇਤਿਹਾਸ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਪੜੋਲ ਕਠੂ ਹੋਂ ਬਸੋਲੀ ਜੰਬੂ ਜ਼ਿਲ੍ਹੋ ਸੁਆਖੇ। ਖਾਲਸਾ ਜੀ, ਪੜੋਲ ਕਠੂਹੇ ਵਾਲਾ ਇਲਾਕਾ ਤੇ ਕਸੋਲੀ ਤੇ ਜੰਮੂ ਦਾ ਜਿੰਨਾ ਵੀ ਏਰੀਆ ਸੀਗਾ, ਕਹਿੰਦੇ ਇਹ ਸਾਰਾ ਏਰੀਆ ਤੇ ਜਿਹੜੀ ਐਮਨਾਬਾਦ ਦੀ ਧਰਤੀ ਹੈ, ਇਹ ਸਾਰੀ ਏਰੀਏ ਦੇ, ਇਹ ਸਾਰੇ ਇਲਾਕੇ ਦੇ ਹਾਲਾਤਾਂ ਬਾਰੇ ਹੁਣ ਦੱਸਣ ਲੱਗੇ ਨੇ। ਘੱਲੂ ਘਾਰੋ ਅਤ ਵੱਡੋ ਭਇਓ ਆਦ ਵਾਹੇ। ਇਹਨਾਂ ਥਾਵਾਂ ਦੇ ਉੱਤੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਇਸੇ ਕਰਕੇ ਵੱਡਾ ਘੱਲੂਘਾਰਾ ਵੀ ਕਿਹਾ ਜਾਂਦਾ ਹੈ। ਚਉਪਈ ਜਿਸ ਦਿਨ ਜਸਪਤ ਮਾਰ ਸੁਲਈਓ। ਜਦੋਂ ਤੋਂ ਜਸਪਤ ਰਾਏ ਨੂੰ ਗੁਰੂ ਕੇ ਸਿੰਘਾਂ ਨੇ ਮਾਰ ਮੁਕਾਇਆ, ਸਿੰਘਨ ਟੂਟ ਦਰਿਦ੍ਰ ਗਇਓ। ਖਾਲਸਾ ਜੀ, ਜਸਪਤ ਰਾਏ ਦੀ ਮੌਤ ਤੋਂ ਬਾਅਦ ਗੁਰੂ ਕੇ ਸਿੰਘਾਂ ਦੇ ਦਲਿੱਦਰ ਤੋਂ ਭਾਵ ਕਿ ਜੋ ਸਮਾਂ ਬਣਿਆ ਸੀ ਨਾ ਜੰਗਲਾਂ ਵਿੱਚ ਰਾਤਾਂ ਕੱਟਣ ਦਾ, ਉਹ ਥੋੜਾ ਜਿਹਾ ਸਮਾਂ ਠੀਕ ਹੋ ਗਿਆ। ਗੁਰੂ ਕੇ ਸਿੰਘ ਥੋੜੇ ਸੁੱਖਾਂ ਦੇ ਵਿੱਚ ਆਪਣਾ ਸਮਾਂ ਲੰਘਾਉਣ ਲੱਗ ਪਏ, ਇਮਨਾਬਾਦ ਭੀ ਸ਼ਹਿਰ ਸੋ ਟੂਟਾ। ਕਿਉਂਕਿ ਜਸਪਤ ਰਾਏ ਦੀ ਮੌਤ ਤੋਂ ਬਾਅਦ ਐਮਨਾਬਾਦ ਜਿਹੜਾ ਇਲਾਕਾ ਸੀਗਾ ਇਹ ਟੁੱਟ ਗਿਆ। ਗੁਰੂ ਕੇ ਸਿੰਘਾਂ ਨੇ ਐਮਨਾਬਾਦ ਦੀ ਧਰਤੀ ਨੂੰ ਲੁੱਟ ਲਿਆ। ਉਹ ਭੀ ਖਾਲਸੋ ਅੱਛੋ ਲੂਟਾ। ਖਾਲਸੇ ਨੇ ਚੰਗੀ ਤਰ੍ਹਾਂ ਐਮਨਾਬਾਦ ਦੀ ਧਰਤੀ ਤੇ ਜਸਪਤ ਰਾਏ ਦਾ ਸ਼ਾਹੀ ਖਜ਼ਾਨਾ ਲੁੱਟਿਆ, ਬਹੁਤ ਖਜ਼ਾਨਾ ਥਾ ਤਿਸ ਸਾਥ। ਕਿਉਂਕਿ ਐਮਨਾਬਾਦ ਦੀ ਧਰਤੀ ਤੇ ਸਭ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਸਰਕਾਰ ਦਾ ਸ਼ਾਹੀ ਖਜ਼ਾਨਾ ਮੌਜੂਦ ਸੀ। ਲਾਗਿਓ ਭੁੱਖੇ ਸਿੰਘਨ ਹਾਥ। ਹੁਣ ਸਾਲਾਂ ਬੱਧੀ ਭੁੱਖਾਂ ਜਿਹੜੇ ਸਿੱਖ ਕੱਟਦੇ ਸੀ, ਕਈ ਸਾਲਾਂ ਤੋਂ ਗੁਰੂ ਕੇ ਸਿੱਖ ਭੁੱਖੇ ਸੀ, ਉਹ ਸ਼ਾਹੀ ਖਜ਼ਾਨਾ ਐਸੇ ਸਿੱਖਾਂ ਦੇ ਹੱਥ ਲੱਗ ਗਿਆ। ਤਉ ਫਿਰ ਰਾਜਨ ਰਾਜਾ ਜਾਪੈ। ਕਹਿੰਦੇ ਜਦੋਂ ਸਿੰਘਾਂ ਨੂੰ ਸ਼ਾਹੀ ਖਜ਼ਾਨਾ ਮਿਲਿਆ, ਕਹਿੰਦੇ ਰਾਜਿਆਂ ਦੇ ਵਰਗਾ ਫਿਰ ਗੁਰੂ ਕੇ ਸਿੰਘਾਂ ਨੇ ਸਹੂਲਤਾਂ ਲਈਆਂ। ਦੀਸੈ ਭੂਪਤ ਨਾਹੇ ਸਿਆਪੈ। ਤੇ ਲੋਕ ਕਹਿੰਦੇ ਵੀ ਹੁਣ ਤਾਂ ਗੁਰੂ ਕੇ ਸਿੰਘ ਰਾਜਿਆਂ ਵਾਂਗੂ ਰਹਿਣ ਲੱਗ ਪਏ। ਦੋਹਰਾ ਯਹੀ ਬਾਤ ਲਖਪਤ ਸੁਨੀ ਢਿਗ ਨਵਾਬ ਦਈ ਪਗ ਡਾਰ। ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਵੀ ਮੇਰਾ ਭਰਾ ਜਸਪਤ ਰਾਏ ਐਮਨਾਬਾਦ ਦੀ ਧਰਤੀ ਤੇ ਮਾਰਿਆ ਗਿਆ, ਕਹਿੰਦੇ ਲਖਪਤ ਰਾਏ ਲਾਹੌਰ ਦੇ ਨਵਾਬ ਕੋਲ ਗਿਆ। ਲਾਹੌਰ ਦੇ ਨਵਾਬ ਦੇ ਕੋਲ ਜਾ ਕੇ ਇਹਨੇ ਆਪਣੀ ਪੱਗ ਨਵਾਬ ਦੇ ਪੈਰਾਂ ਵਿੱਚ ਰੱਖ ਦਿੱਤੀ ਤੇ ਨਵਾਬ ਦੇ ਪੈਰਾਂ ਦੇ ਵਿੱਚ ਪੱਗ ਰੱਖਣ ਤੋਂ ਬਾਅਦ ਲਖਪਤ ਰਾਏ ਬੜਾ ਰੋਇਆ ਪਿੱਟਿਆ। ਫੇਰ ਆਨ ਮੈਂ ਬੰਦੋਗੋ ਸਿੰਘਨ ਕੋ ਪੰਥ ਗਾਰ। ਕਹਿੰਦਾ ਹੁਣੇ ਮੈਨੂੰ ਸਾਰੇ ਦਾ ਸਾਰਾ ਖਾਲਸਾ ਪੰਥ ਉਹ ਖਤਮ ਹੋਣਾ ਨਜ਼ਰ ਆਉਣਾ ਚਾਹੀਦਾ। ਨਵਾਬ ਜੀ, ਮੈਂ ਪ੍ਰਣ ਕਰਦਾ, ਕਹਿੰਦਾ ਮੈਂ ਉਦੋਂ ਤੱਕ ਆਪਣੇ ਸਿਰ ਤੇ ਪੱਗ ਨਹੀਂ ਬੰਨਾਂਗਾ ਜਦੋਂ ਤੱਕ ਮੈਂ ਸਿੱਖਾਂ ਨੂੰ ਖਤਮ ਨਾ ਕਰ ਦਵਾਂ, ਮਾਰ ਨਾ ਮੁਕਾਵਾਂ। ਲਖਪਤ ਰਾਏ ਨੇ ਕਿਹਾ ਵੀ ਅੱਜ ਦੇ ਅੱਜ ਹੀ ਫੌਜਾਂ ਚੜਾ, ਆਪਣੇ ਸਿਪਾਹੀ ਭੇਜ, ਫੌਜਾਂ ਭੇਜ, ਖਬਰੀ ਭੇਜ ਤੇ ਇਹ ਸਿੱਖ ਜਿੱਥੇ ਵੀ ਲੁਕ ਕੇ ਬੈਠੇ ਨੇ ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਦੇ ਸਿਰ ਕਲਮ ਕਰ ਦੇ, ਕਿਉਂਕਿ ਮੈਂ ਉਦੋਂ ਤੱਕ ਪੱਗ ਨਹੀਂ ਬੰਨਾਂਗਾ ਜਦੋਂ ਤੱਕ ਇਹ ਸਿੱਖ ਮਰ ਨਾ ਜਾਣ। ਇਸ ਤਰ੍ਹਾਂ ਲਖਪਤ ਰਾਏ ਨੇ ਨਵਾਬ ਦੇ ਸਾਹਮਣੇ ਪ੍ਰਣ ਧਾਰ ਲਿਆ। ਚਉਪਈ ਇਹ ਪ੍ਰਤੱਗਿਆ ਖੱਤਰੀ ਕਰੀ। ਲਖਪਤ ਰਾਏ ਜਿਹੜਾ ਕਿ ਖੱਤਰੀ ਸੀ, ਕਹਿੰਦੇ ਉਹਨੇ ਪ੍ਰਤੱਗਿਆ ਕਰ ਲਈ ਮਾਰੋ ਸਿੰਘ ਚੜ ਇਤਹੀ ਕਰੀ। ਕਿ ਹੁਣੇ ਇਸੇ ਸਮੇਂ ਚੜ੍ਹਾਈ ਕਰਾਂਗਾ, ਇਸੇ ਸਮੇਂ ਚੜ੍ਹਾਈ ਕਰਕੇ ਸਿੱਖਾਂ ਨੂੰ ਮਾਰ ਮੁਕਾਵਾਂਗਾ। ਐਸ ਬਚਨ ਸੁਨ ਨਵਾਬ ਉਚਾਰਾ। ਜਦੋਂ ਨਵਾਬ ਨੇ ਲਖਪਤ ਰਾਏ ਦੀ ਇਹ ਗੱਲ ਸੁਣੀ ਤੇ ਖਾਲਸਾ ਜੀ ਨਵਾਬ ਕਹਿਣ ਲੱਗਾ, ਹਾਂਜੀ, ਖਰਚੋ ਦਰਬ ਲੈ ਮੇਰਾ ਸਾਰਾ। ਲਖਪਤ ਰਾਏ ਨੂੰ ਨਵਾਬ ਨੇ ਕਿਹਾ ਵੀ ਲਖਪਤ ਰਾਏ, ਤੂੰ ਜਿੰਨੀ ਮਰਜ਼ੀ ਮਾਇਆ ਲੈ ਜਾ, ਜਿੰਨੀ ਮਰਜ਼ੀ ਦੌਲਤ ਲੈ ਜਾ, ਸ਼ਾਹੀ ਖਜ਼ਾਨੇ ਦੇ ਮੂੰਹ ਖੁੱਲੇ ਨੇ, ਤੂੰ ਜਿੰਨੀ ਮਾਇਆ ਲੈ ਕੇ ਜਾਣੀ ਹੈ ਲੈ ਜਾ। ਦੋਹਰਾ ਯਹ ਪੰਥ ਫਦੁਲ ਫਦੂਲੀਏ ਖੱਤਰੀ ਜਾਤ ਸ਼ੁਕੀਨ। ਤੇ ਆ ਮਾਇਆ ਲੈ ਕਰਕੇ ਇਹਨਾਂ ਨੂੰ ਖਤਮ ਕਰ ਦੇ, ਜਿੰਨੀ ਵੀ ਮਾਇਆ ਲੱਗਦੀ ਹੈ ਸਿੱਖਾਂ ਨੂੰ ਮਾਰਨ ਦੇ ਵਿੱਚ, ਓਨੀ ਮਾਇਆ ਲੈ ਜਾ, ਬਸ ਸਿੱਖਾਂ ਨੂੰ ਖਤਮ ਕਰ ਦੇ, ਸਿੱਖਾਂ ਨੂੰ ਮਾਰ ਦੇ। ਤੇ ਖਾਲਸਾ ਜੀ ਲਖਪਤ ਰਾਏ ਅੱਗੋਂ ਕਹਿੰਦਾ ਇਹ ਖਾਲਸੇ, ਇਹ ਗੁਰੂ ਕਿਸੇ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹ ਥੋੜੇ ਬਹੁਤੇ ਹੀ ਨੇ,
ਬੜੇ ਸਖੈਲੇ ਹੋਣਗੇ ਮਾਰਨ ਵਾਸਤੇ, ਤੇ ਮੈਂ ਖੱਤਰੀ ਆ ਤੇ ਮੈਂ ਪ੍ਰਤੀਗਿਆ ਲੈਣਾ ਵੀ ਇਹਨਾਂ ਨੂੰ ਮਾਰ ਕੇ ਹੀ ਦਮ ਲਵਾਂਗਾ। ਮੈਂ ਅਬ ਖੱਤਰੀ ਤੋ ਰਹਾ ਪੰਥ ਲਾਵੋ ਦੀਨ। ਖਾਲਸਾ ਜੀ ਲਖਪਤ ਰਾਏ ਨੇ ਇਹ ਵੀ ਸ਼ਬਦ ਵਰਤੇ ਵੀ ਇਹਨਾਂ ਦੇ ਪਹਿਲੇ ਗੁਰੂ ਨਾਨਕ ਵੀ ਖੱਤਰੀ ਸੀ। ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ ਜਹਤ ਹੈ ਭਏ ਸਹਾਏ। ਪਹਿਲੇ ਗੁਰੂ ਵੀ ਖੱਤਰੀ ਹੈ ਜਿਨੇ ਪੰਥ ਚਲਾਇਆ ਹੈ। ਹੁਣ ਖੱਤਰੀਆਂ ਨੇ ਪੰਥ ਚਲਾਇਆ ਤੇ ਹੁਣ ਖੱਤਰੀ ਹੀ ਇਸ ਪੰਥ ਨੂੰ ਖਤਮ ਕਰਨਗੇ। ਇਸ ਤਰ੍ਹਾਂ ਦੇ ਬਚਨ ਲਖਪਤ ਰਾਏ ਨੇ ਲਾਹੌਰ ਨਵਾਬ ਦੀ ਕਚਹਿਰੀ ਵਿੱਚ ਕੀਤੇ ਵੀ ਮੈਂ ਇਹਨਾਂ ਨੂੰ ਮਾਰ ਮੁਕਾਵਾਂਗਾ। ਕਿਉ ਪਈ ਇਹ ਉਸਟੰਡ ਇੱਕ ਖੱਤਰੀ ਕਇਓ। ਕਹਿੰਦਾ ਇਹ ਸਿੱਖਾਂ ਦੀ ਸ਼ੁਰੂਆਤ ਵੀ ਗੁਰੂ ਨਾਨਕ ਨੇ ਕੀਤੀ ਸੀ ਜੋ ਖੱਤਰੀ ਸਨ। ਨਾਮ ਖਾਲਸੋ ਜਗਤ ਸੁਨਾਇਓ। ਤੇ ਦੁਨੀਆ ਦੇ ਤਖਤੇ ਤੇ ਖਾਲਸਾ ਪੰਥ ਉਹਨਾਂ ਨੇ ਪ੍ਰਗਟ ਕਰ ਦਿੱਤਾ। ਮੈਂ ਭੀ ਖੱਤਰੀ ਤੋ ਕਹਾਵਾਂ। ਤੇ ਹੁਣ ਮੈਂ ਵੀ ਤਾਂ ਹੀ ਆਪਣੇ ਆਪ ਨੂੰ ਖੱਤਰੀ ਕਹਾਵਾਂਗਾ। ਪੰਥ ਖਾਲਸੋ ਦੂਰ ਕਰਾਵਾਂ। ਜਦੋਂ ਖਾਲਸੇ ਪੰਥ ਦਾ ਨਾਮੋ ਨਿਸ਼ਾਨ ਵੀ ਮੁਕਾ ਦਵਾਂਗਾ। ਨਵਾਬ ਪਾਸਿਓ ਕੀਓ ਅਹੰਕਾਰ। ਇਸ ਤਰ੍ਹਾਂ ਲਖਪਤ ਰਾਏ ਹੰਕਾਰ ਦੇ ਵਿੱਚ ਖਾਲਸਾ ਜੀ ਨਵਾਬ ਦੀ ਕਚਹਿਰੀ ਦੇ ਵਿੱਚ ਹੰਕਾਰ ਦੀਆਂ ਬੋਲੀਆਂ ਬੋਲਦਾ। ਨਵਾਬ ਕਹਿਓ ਇਹ ਅੱਛੀ ਕਾਰ। ਤੇ ਨਵਾਬ ਖੁਸ਼ ਹੋ ਕਰਕੇ ਸ਼ਾਬਾਸ਼ੀ ਦਿੰਦਾ, ਕਹਿੰਦਾ ਆ ਬਹੁਤ ਹੀ ਭਲਾ ਕੰਮ ਕਰੇਗਾ ਜੇ ਤੂੰ ਸਿੱਖਾਂ ਨੂੰ ਮਾਰ ਮੁਕਾਵੇਂ। ਮੁਖਤਿਆਰ ਫੌਜਨ ਕੋ ਲੱਖੂ ਕੀਓ। ਖਾਲਸਾ ਜੀ ਆਪਣੇ ਫੌਜਾਂ ਦਾ ਆਪਣੇ ਸਿਪਾਹੀਆਂ ਦੀ ਮੁਖਤਿਆਰੀ ਜਰਨੈਲੀ ਨਵਾਬ ਨੇ ਲਖਪਤ ਰਾਏ ਨੂੰ ਦੇ ਦਿੱਤੀ। ਲਸ਼ਕਰ ਸਭ ਤਾਂ ਕੇ ਸੰਗ ਦਿਓ। ਤੇ ਜਿੰਨਾ ਵੀ ਸ਼ਾਹੀ ਲਸ਼ਕਰ ਸੀ, ਜਿੰਨੀਆਂ ਵੀ ਫੌਜਾਂ ਸੀ, ਉਹ ਸਾਰੇ ਦੀ ਸਾਰੀ ਫੌਜਾਂ ਖਾਲਸਾ ਜੀ ਲਖਪਤ ਰਾਏ ਦੇ ਨਾਲ ਹੀ ਤੋਰ ਦਿੱਤੀਆਂ। ਨਵਾਬ ਸੰਗ ਤਿਨ ਯੋਗਿਨ ਲਈ। ਖਾਲਸਾ ਜੀ ਨਵਾਬ ਦੀ ਸਾਰੀ ਫੌਜ ਲੈ ਕਰਕੇ ਲਖਪਤ ਰਾਏ ਆਪਣੇ ਨਾਲ ਲੈ ਕਰਕੇ ਸਿੰਘਾਂ ਨੂੰ ਮਾਰਨ ਦੀ ਤਿਆਰੀ ਕਰਦਾ ਹੈ। ਮਾਰੋ ਸਿੰਘ ਜਹਾਂ ਲੋ ਹਈ। ਤੇ ਕਹਿੰਦਾ ਜਿੱਥੇ ਵੀ ਸਿੱਖ ਲੁਕ ਕੇ ਬੈਠੇ ਨੇ ਇਹਨਾਂ ਦੀ ਤਲਾਸ਼ ਕਰਕੇ ਇਹਨਾਂ ਨੂੰ ਖਤਮ ਕਰ ਦਿਆਂਗਾ। ਜੇ ਕੋ ਸਿੰਘ ਕਹਾਵੈ ਨਾਮ। ਤੇ ਖਾਲਸਾ ਜੀ ਲਖਪਤ ਰਾਏ ਤੇ ਨਵਾਬ ਨੇ ਫਤਵੇ ਵੀ ਜਾਰੀ ਕਰ ਦਿੱਤੇ, ਹੁਕਮ ਕਰ ਦਿੱਤੇ ਵੀ ਜੇ ਕੋਈ ਆਪਣੇ ਆਪ ਨੂੰ ਗੁਰੂ ਕਾ ਸਿੰਘ ਕਹਾਉਂਦਾ ਹੈ, ਮਾਰੋ ਤਿਨਕੇ ਸਭੀ ਗਰਾਮ। ਤਾਂ ਉਹ ਸਾਰੇ ਦਾ ਸਾਰਾ ਪਿੰਡ, ਸਾਰੇ ਦਾ ਸਾਰਾ ਸ਼ਹਿਰ ਖਤਮ ਕਰ ਦੋ ਜਿਸ ਸ਼ਹਿਰ ਦੇ ਵਿੱਚ ਕੋਈ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾ ਰਿਹਾ। ਐਸੇ ਪਾਬੰਦੀਆਂ ਲਾਈਆਂ ਵੀ ਕਿਸੇ ਸ਼ਹਿਰ ਵਿੱਚ, ਕਿਸੇ ਪਿੰਡ ਵਿੱਚ ਕੋਈ ਸਿੱਖ ਨਜ਼ਰ ਆਵੇ ਤੇ ਸਾਰਾ ਸ਼ਹਿਰ ਹੀ ਫੂਕ ਦਿਓ। ਬਸ ਕਿਸੇ ਨਾ ਕਿਸੇ ਤਰੀਕਾ ਇਸ ਨਾਲ ਇਹ ਸਿੱਖੀ ਦੀ ਆਵਾਜ਼ ਬੰਦ ਕਰ ਦਿਓ। ਦੋਹਰਾ ਪਹਿਲੇ ਪਕੜੇ ਸਿੰਘ ਸੋ ਜੋ ਹੋਤੇ ਚਾਕਰ ਸਾਥ। ਖਾਲਸਾ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਸਿੱਖਾਂ ਨੂੰ ਪਕੜ ਕੇ ਮਾਰਨਾ ਸ਼ੁਰੂ ਕੀਤਾ ਜਿਹੜੇ ਕਿ ਸਰਕਾਰੀ ਨੌਕਰੀਆਂ ਕਰਦੇ ਸੀ। ਕੀਨੇ ਚੂਹੜਨ ਕੇ ਅੱਗੇ ਕਹਿਓ ਕਟੋ ਇਨ ਮਾਥ। ਖਾਲਸਾ ਜੀ ਚੂੜਿਆਂ ਨੂੰ ਬੁਲਾ ਕਰਕੇ ਉਹਨਾਂ ਨੂੰ ਕਿਹਾ ਵੀ ਇਹਨਾਂ ਦੇ ਸਿਰ ਕੱਟ ਦਿਓ, ਸਿਰ ਕਲਮ ਕਰ ਦਿਓ, ਇਹ ਹੁਕਮ ਦੇ ਦਿੱਤੇ। ਕਿਉ ਪਈ ਜਬ ਲੋਕਨ ਐਸੇ ਸੁਨ ਪਾਈ। ਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਸਰਕਾਰ ਨੇ ਹੁਕਮ ਕੀਤਾ ਵੀ ਜਿੱਥੇ ਸਿੱਖ ਨਜ਼ਰ ਆਵੇ ਸ਼ਹਿਰ ਖਤਮ ਕਰ ਦਿਓ, ਸਿੱਖ ਮਿਲਦਾ ਉਹਨੂੰ ਉਸੇ ਸਮੇਂ ਉਹਦਾ ਸਿਰ ਕਲਮ ਕਰ ਦਿਓ, ਹੈ ਕਾਰ ਸਭ ਜਗਤ ਕਰਾਈ। ਤਾਂ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ। ਹਿੰਦੂ ਲੋਕ ਇਕੱਤਰ ਪਏ। ਤੇ ਸਾਰੇ ਸਨਾਤਨ ਮਤ ਦੇ ਹਿੰਦੂ ਧਰਮ ਦੇ ਲੋਕ ਇਕੱਠੇ ਹੋ ਕਰਕੇ ਤੇ ਚੱਲ ਲਖਪਤ ਹੀ ਪੈ ਗਏ। ਤੇ ਲਖਪਤ ਰਾਏ ਨੂੰ ਸਮਝਾਉਣ ਵਾਸਤੇ ਗਏ, ਕਿਉਂਕਿ ਲਖਪਤ ਰਾਏ ਵੀ ਖੱਤਰੀ ਸੀ। ਸਾਰੀ ਖੱਤਰੀ ਬਰਾਦਰੀ, ਹਿੰਦੂ ਬਰਾਦਰੀ ਇਕੱਠੀ ਹੋ ਗਈ ਵੀ ਇਹਨੂੰ ਜਾ ਕੇ ਸਮਝਾਈਏ ਵੀ ਸਿੱਖਾਂ ਦੇ ਨਾਲ ਵੈਰ ਨਾ ਕਮਾ, ਕਿਉਂਕਿ ਸਿੱਖ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ। ਇਸ ਤਰ੍ਹਾਂ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ, ਕੋਈ ਧਰਮ ਨਹੀਂ ਮਾੜਾ ਹੁੰਦਾ, ਚੰਗੇ ਮਾੜੇ ਬੰਦੇ ਸਾਰਿਆਂ ਵਿੱਚ ਹੁੰਦੇ ਨੇ। ਤੇ ਸਾਰੇ ਹਿੰਦੂ ਬਰਾਦਰੀ ਦੇ ਲੋਕ ਇਕੱਠੇ ਹੋ ਕਰਕੇ ਖਾਲਸਾ ਜੀ ਲਖਪਤ ਰਾਏ ਨੂੰ ਸਮਝਾਉਣ ਵਾਸਤੇ ਗਏ। ਪਕੜ ਚਾਕਰ ਸਿੰਘ ਮਾਰੋ ਕਾਹੀ। ਤੇ ਕਹਿੰਦੇ ਵੀ ਕਿਉਂ ਇਹਨਾਂ ਸਿੱਖਾਂ ਨੂੰ ਤੂੰ ਮਾਰਨਾ ਚਾਹੁੰਦਾ ਹੈ? ਇਨਕੋ ਦੋਸ਼ ਕਛੂ ਭੀ ਨਾਹੀ। ਇਹਨਾਂ ਸਿੱਖਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ। ਹਮ ਆਏ ਹਾਂ ਤੁਮਰੇ ਪਾਹੀ। ਇਸ ਕਰਕੇ ਅਸੀਂ ਤੇਰੇ ਕੋਲ ਆਏ ਆ, ਤੇਰੇ ਬਰਾਦਰੀ ਦੇ ਆ, ਤੂੰ ਸਾਡੀ ਬੇਨਤੀ ਮੰਨ ਲੈ। ਹਮ ਖਾਤਰੇ ਨੇ ਸਭਨ ਬਖਸ਼ਾਹੀ। ਅਸੀਂ ਚਾਹੁੰਦੇ ਆ ਵੀ ਤੂੰ ਸਾਡੀ ਖਾਤਰ
ਸਾਡੀ ਜਾਮਣੀ ਲੈ ਕਰਕੇ ਸਾਡੀ ਖਾਤਰ ਇਨ੍ਹਾਂ ਸਿੱਖਾਂ ਨੂੰ ਬਖਸ਼ ਦੇ, ਇਨ੍ਹਾਂ ਤੇ ਤਸੀਹੇ ਨਾ ਕਰ। ਤੁਮ ਘਰ ਆਏ ਸਭ ਹੀ ਭਾਈ, ਆ ਤਾਂ ਕਰਕੇ ਸਾਰੀ ਹਿੰਦੂ ਬਰਾਦਰੀ ਲਖਪਤ ਰਾਏ ਤੇਰੇ ਕੋਲ ਆਈ ਹੈ ਵੀ ਤੂੰ ਸਿੱਖਾਂ ਨੂੰ ਬਖਸ਼ ਦੇ। ਹਮਰੀ ਕਹੀ ਚਹੀਏ ਮਨ ਲਾਈ, ਇਸ ਕਰਕੇ ਸਾਡੀ ਗੱਲ ਨੂੰ ਧਿਆਨ ਦੇ ਨਾਲ ਸੁਣ ਕੇ ਮੰਨ ਲੈ। ਕੌੜਾ ਮਲ ਔ ਮਲ ਕੁੰਜਾਹੀ, ਖਾਲਸਾ ਜੀ ਇੱਕ ਸੀ ਕੌੜਾ ਮਲ ਤੇ ਇੱਕ ਸੀ ਕੁੰਜਾਈ ਮਲ। ਇਹ ਦੋ ਸਹਿਜਧਾਰੀ ਸਿੱਖ ਸੀ ਖੱਤਰੀ ਬਰਾਦਰੀ ਦੇ। ਖਾਲਸਾ ਜੀ ਇਹ ਵੀ ਗਏ, ਇਹ ਦੋਵਾਂ ਨੇ ਜਾ ਕਰਕੇ ਵੀ ਲਖਪਤ ਰਾਏ ਨੂੰ ਸਮਝਾਉਣਾ ਕੀਤਾ। ਕਸ਼ਮੀਰੀ ਮੈਲ ਵੀ ਆਇਓ ਥਾਈ, ਤੇ ਕਸ਼ਮੀਰੀ ਮੱਲ ਇਹ ਵੀ ਖਾਲਸਾ ਜੀ ਆ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ। ਉਹਨਾਂ ਦੇ ਨਾਮ ਭਾਈ ਰਤਨ ਸਿੰਘ ਭੰਗੂ ਨੇ ਇਤਿਹਾਸ ਵਿੱਚ ਦੱਸੇ, ਕਿਉਂਕਿ ਜਿੱਥੇ ਗਦਾਰਾਂ ਦਾ ਨਾਮ ਆਉਂਦਾ ਹੈ ਉੱਥੇ ਉਹਨਾਂ ਦਾ ਵੀ ਨਾਮ ਇਤਿਹਾਸ ਵਿੱਚ ਜ਼ਰੂਰ ਆਉਂਦਾ ਜਿਨ੍ਹਾਂ ਨੇ ਇਮਾਨਦਾਰੀ ਕੀਤੀ ਹੈ। ਇਸੇ ਕਰਕੇ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਦੁਨੀਆ ਦੇ ਵਿੱਚ ਉਹ ਕਰਮ ਕਮਾਈਏ, ਵੀ ਐਸੇ ਕਰਮ ਦੁਨੀਆ ਤੇ ਕਮਾ ਕੇ ਜਾਈਏ ਕਿ ਮਰਨ ਤੋਂ ਬਾਅਦ ਸਾਡਾ ਨਾਮ ਚੰਗੇ ਬੰਦਿਆਂ ਵਿੱਚ ਗਿਣਿਆ ਜਾਵੇ, ਮਾੜਿਆਂ ਵਿੱਚ ਨਾ ਗਿਣਿਆ ਜਾਵੇ। ਤੇ ਖਾਲਸਾ ਜੀ ਹੁਣ ਭਾਈ ਰਤਨ ਸਿੰਘ ਭੰਗੂ ਉਹਨਾਂ ਦਾ ਨਾਮ ਦੱਸਦੇ, ਕੌੜੀ ਮੱਲ, ਕੁੰਜੀ ਮੱਲ, ਕਸ਼ਮੀਰੀ ਮੱਲ, ਇਹ ਸਾਰੇ ਜਾ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ। ਲੱਛੀ ਰਾਮ ਤੋਂ ਪ੍ਰਥਮ ਦੀਵਾਨ, ਇੱਕ ਖਾਲਸਾ ਜੀ ਦੀਵਾਨ ਹੁੰਦਾ ਸੀ, ਇਹ ਹੁਣ ਬਾਅਦ ਵਿੱਚ ਕਹਿੰਦੇ ਨੌਕਰੀ ਤੋਂ ਹਟ ਗਿਆ ਸੀਗਾ। ਕਹਿੰਦੇ ਇਹ ਵੀ ਜਾ ਕਰਕੇ ਲਖਪਤ ਰਾਏ ਨੂੰ ਸਮਝਾਉਂਦਾ, ਇਹਦਾ ਨਾਮ ਸੀ ਲੱਛੀ ਰਾਮ। ਇਹ ਲੱਛੀ ਰਾਮ ਨੇ ਵੀ ਜਾ ਕੇ ਲਖਪਤ ਰਾਏ ਨੂੰ ਸਮਝਾਉਣਾ ਕੀਤਾ। ਜਿਸ ਕੀ ਥੇ ਸਭ ਮਨ ਤੇ ਆ, ਕਿਉਂਕਿ ਇਸ ਦੀਵਾਨ ਦੀ ਸਾਰੇ ਸ਼ਹਿਰ ਦੇ ਵਿੱਚ ਹਰ ਇੱਕ ਜਾਣੇ ਗੱਲ ਮੰਨਦੇ ਸੀ ਤੇ ਲੋਕ ਇਹਨੂੰ ਵੀ ਲੈ ਕੇ ਆਏ ਵੀ ਲਖਪਤ ਰਾਏ ਇਸ ਪੁਰਾਣਾ ਦੀਵਾਨ ਹੈ, ਬਜ਼ੁਰਗ ਹੈ, ਸਿਆਣਾ ਹੈ, ਇਹਦੀ ਗੱਲ ਮੰਨ ਕੇ ਹੀ ਸਿੱਖਾਂ ਨੂੰ ਬਖਸ਼ ਦਵੇ। ਕੀਨੀ ਮਿੰਨਤ ਆਨ ਤਿਨ ਤਾਹੀ, ਸਾਰਿਆਂ ਨੇ ਆ ਕਰਕੇ ਲਖਪਤ ਰਾਏ ਨੂੰ ਮਿੰਨਤਾਂ ਕੀਤੀਆਂ। ਸੂਰਤ ਸਿੰਘ ਦੀਵਾਨ ਪਤਸ਼ਾਹੀ, ਖਾਲਸਾ ਜੀ ਇੱਕ ਸੂਰਤ ਸਿੰਘ ਦਿੱਲੀ ਦੇ ਬਾਦਸ਼ਾਹ ਦਾ ਦੀਵਾਨ ਸੀ, ਇਹਨੇ ਵੀ ਆ ਕਰਕੇ ਲਖਪਤ ਰਾਏ ਨੂੰ ਸਮਝਾਇਆ। ਦੋਹਰਾ ਦਿਲੇ ਰਾਮ ਓ ਹਰੀ ਮਲ, ਓ ਆਇਓ ਬਹਿਲੂ ਮੱਲ। ਕਹਿੰਦੇ ਇੱਕ ਦਿਲੇ ਰਾਮ ਤੇ ਹਰੀ ਮੱਲ ਤੇ ਇੱਕ ਖਾਲਸਾ ਜੀ ਬਹਿਲੂ ਮੱਲ, ਇਹ ਤਿੰਨੇ ਇਹ ਵੀ ਲਖਪਤ ਰਾਏ ਨੂੰ ਸਮਝਾਉਣ ਵਾਸਤੇ ਆਏ ਕਿ ਸਾਡੇ ਵਾਸਤੇ, ਸਾਡੇ ਖਾਤਰ ਸਿੱਖਾਂ ਦੇ ਉੱਤੇ ਜ਼ੁਲਮ ਨਾ ਕਮਾ। ਹਰੀ ਸਿੰਘ ਗੁਲਜ਼ਾਰ ਸਿੰਘ ਭਾਈ ਦੇਸ ਰਾਜ ਅਯੋਂ ਚੱਲ, ਹਰੀ ਸਿੰਘ ਗੁਲਜ਼ਾਰ ਸਿੰਘ ਤੇ ਖਾਲਸਾ ਜੀ ਦੇਸ ਰਾਜ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ। ਕਿਉਂਕਿ ਜਦੋਂ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਰੱਖ ਕੇ ਹਰਮੰਦਰ ਸਾਹਿਬ ਦੀ ਇਮਾਰਤ ਦੇ ਵਿੱਚ ਬਰੂਦ ਦਾ ਧਮਾਕਾ ਕੀਤਾ, ਉਸ ਤੋਂ ਬਾਅਦ ਫਿਰ ਪਹਿਲੀ ਕਾਰ ਸੇਵਾ ਜਿਹੜੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕਰਵਾਈ। ਜਿਸ ਹਰਮੰਦਰ ਸਾਹਿਬ ਜੀ ਦੇ ਅੱਜ ਆਪਾਂ ਦਰਸ਼ਨ ਕਰਦੇ, ਇਹ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕਾਰ ਸੇਵਾ ਕਰਵਾਈ ਤੇ ਇਹਨਾਂ ਨੇ ਆ ਕੇ ਇਹ ਸੇਵਾ ਕੀਤੀ ਭਾਈ ਦੇਸ ਰਾਜ ਹੋਣਾ ਨੇ। ਸੋ ਇਹ ਵੀ ਆ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ, ਭਾਈ ਤੂੰ ਜ਼ੁਲਮ ਨਾ ਕਮਾ। ਚੌਪਈ ਔਰ ਹਿੰਦੂ ਜੁੜਿਆਏ ਸਾਰੇ, ਜਿੰਨੀ ਵੀ ਹਿੰਦੂ ਬਰਾਦਰੀ ਸੀ ਸਾਰੀ ਹੀ ਲਖਪਤ ਰਾਏ ਨੂੰ ਸਮਝਾਉਣ ਲੱਗ ਪਈ ਸਿੱਖ ਸੰਤ ਅਰ ਧਰਮ ਪਿਆਰੇ, ਕਿ ਗੁਰੂ ਕੇ ਸਿੱਖ ਸੰਤ ਲੋਕ ਨੇ, ਧਰਮੀ ਲੋਕ ਨੇ, ਕਿਸੇ ਦਾ ਮਾੜਾ ਨਹੀਂ ਕਰਦੇ, ਹਰ ਇੱਕ ਦੀ ਸੇਵਾ ਕਰਦੇ ਨੇ। ਸਭ ਮਿਲ ਆਏ ਕਹਿ ਗਏ ਹੋ, ਸਾਰੇ ਹੀ ਰਲ ਮਿਲ ਕੇ ਸਿੱਖਾਂ ਦੀ ਵਡਿਆਈ ਕਰਦੇ ਤੇ ਦੱਸਦੇ ਵੀ ਸਿੱਖਾਂ ਤੇ ਜ਼ੁਲਮ ਨਾ ਕਮਾ। ਹਮ ਖਾਤਰ ਛੱਡ ਸਿੰਘਨ ਦੇ ਹੋ, ਸਾਡੀ ਖਾਤਰ, ਆਪਣੇ ਬਰਾਦਰੀ ਦੀ ਖਾਤਰ ਤੂੰ ਸਿੰਘਾਂ ਨੂੰ ਛੱਡ ਦੇ। ਔਰ ਲੋਕ ਰੱਬ ਵਾਸਤੇ ਆਏ, ਤੇ ਖਾਲਸਾ ਜੀ ਸਾਰੇ ਰੱਬ ਦਾ ਵਾਸਤਾ ਪਾਉਂਦੇ, ਕੋਈ ਆਪਣੀ ਬਰਾਦਰੀ ਦਾ, ਕੋਈ ਰੱਬ ਦਾ, ਪ੍ਰਮਾਤਮਾ ਦਾ ਵਾਸਤਾ ਪਾ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ। ਫਕੀਰ ਅਤੀਤ ਸਭੀ ਰਲ ਧਾਏ, ਸਾਰੇ ਆ ਕਰਕੇ ਰਲ ਕੇ ਲਖਪਤ ਰਾਏ ਨੂੰ ਬਾਰ-ਬਾਰ ਸਮਝਾਉਂਦੇ, ਪਰ ਕਿਸੇ ਦੀ ਵੀ ਨਹੀਂ ਮੰਨਦਾ। ਸਭ ਹਨ ਕੋਨ ਦਿਓ ਜਵਾਬ, ਤੇ ਖਾਲਸਾ ਜੀ ਲਖਪਤ ਰਾਏ ਨੇ ਸਾਰਿਆਂ ਨੂੰ ਕੋਰਾ ਜਵਾਬ ਦੇ ਦਿੱਤਾ, ਕਹਿੰਦਾ ਵੀ ਮੈਂ ਤੁਹਾਡੀ ਗੱਲ ਨਹੀਂ ਮੰਨਦਾ, ਜੋ ਮਰਜ਼ੀ ਕਰ ਲੋ। ਐਸੋ ਪਾਪੀ ਮੂੜ ਖਰਾਬ, ਇਸ ਤਰ੍ਹਾਂ ਦੀ ਮੂਰਖ ਬੁੱਧੀ ਦਾ ਮਾਲਕ ਸੀ ਲਖਪਤ ਰਾਏ ਦੀਵਾਨ, ਜਿਹਦੇ ਸਿਰ ਦੇ ਉੱਤੇ ਕੇਵਲ ਖੂਨ ਸਵਾਰ ਸੀ ਵੀ ਸਿੱਖਾਂ ਨੂੰ ਖਤਮ ਕਰਨਾ ਹੈ। ਸਾਰੇ ਹਿੰਦੂ ਬਰਾਦਰੀ ਦੇ ਲੋਕ ਸਮਝਾਉਣ ਲੱਗ ਪਏ, ਪਰ ਇਹ ਨਹੀਂ ਮੰਨਿਆ। ਕਹਿਓ ਲੱਖੂ ਮੈਂ ਮਾਨਤ ਨਹੀਂ, ਲੱਖੂ, ਇਹਨੂੰ ਗੁਰੂ ਕਾ ਖਾਲਸਾ ਪੰਥ ਲੱਖੂ ਕਹਿੰਦਾ ਲਖਪਤ ਰਾਏ ਨੂੰ, ਤੇ ਜਸਪਤ ਰਾਏ ਨੂੰ ਜੱਸੂ ਕਹਿੰਦਾ ਰਿਹਾ।
ਲਖਪਤ ਰਾਏ ਕਹਿੰਦਾ, ਲਖੂ ਕਹਿੰਦਾ ਵੀ ਮੈਂ ਤੁਹਾਡੀ ਗੱਲ ਬਿਲਕੁਲ ਵੀ ਨਹੀਂ ਮੰਨਦਾ। ਆਵੈ ਆਪ ਰੱਬ ਮੁਝ ਪਾਹੀ। ਹੁਣ ਤੇ ਕਹਿੰਦਾ ਭਾਵੇਂ ਰੱਬ ਵੀ ਆ ਕੇ ਕਹਿ ਦਵੇ ਮੈਂ ਤਾਂ ਵੀ ਨਹੀਂ ਮੰਨਾਂਗਾ। ਜਦੋਂ ਬੰਦਾ ਖਾਲਸਾ ਜੀ ਹਕੂਮਤ ਦੇ ਹੰਕਾਰ ਵਿੱਚ, ਸਲਤਨਤ ਦੇ ਹੰਕਾਰ ਵਿੱਚ ਬਹੁਤ ਵੱਡੀਆਂ ਗੱਲਾਂ ਕਰ ਜਾਂਦਾ ਹੈ, ਪਰ ਆਸਾ ਕੀ ਵਾਰ ਦੇ ਵਿੱਚ ਇੱਕ ਆਪਾਂ ਸ਼ਬਦ ਪੜ੍ਹਦੇ ਆ, ਮੂੰਹ ਕਾਲਾ ਦੋਜਕ ਚਾਲਿਆ। ਪਹਿਲਾਂ ਹੰਕਾਰ ਵਿੱਚ ਬੋਲਦੇ ਆ, ਪਾਪ ਕਮਾਉਨੇ ਆ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਲੇਖਾ ਜੋਖਾ ਹੁੰਦਾ ਨਾ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਵੀ ਤੈਨੂੰ ਕਿਹੜੇ ਕੰਮਾਂ ਲਈ ਭੇਜਿਆ, ਪਰ ਤੂੰ ਕਿਹੜੇ ਕੰਮ ਕਰ ਰਿਹਾ। ਫਿਰ ਕਹਿੰਦੇ ਜਿਹੜੇ ਬੰਦੇ ਮਾੜੇ ਕਰਮ ਕਰਦੇ, ਖਾਲਸਾ ਜੀ ਉਹਨੂੰ ਫਿਰ ਕਚਹਿਰੀ ਦੇ ਵਿੱਚ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੂੰਹ ਕਾਲਾ ਕਰਕੇ ਤੋਰਿਆ ਜਾਂਦਾ। ਸੋ ਪਹਿਲਾਂ ਤੇ ਹੰਕਾਰ ਦੇ ਵਿੱਚ ਕਹਿੰਦਾ ਵੀ ਹੁਣ ਭਾਵੇਂ ਰੱਬ ਵੀ ਆ ਜਾਵੇ, ਪਰਮਾਤਮਾ ਵੀ ਆ ਜਾਵੇ, ਪਰ ਮੈਂ ਰੱਬ ਦੀ ਵੀ ਨਹੀਂ ਮੰਨਾਂਗਾ। ਹੁਣ ਤੇ ਸਿੱਖਾਂ ਦਾ ਖਾਤਮਾ ਹੀ ਕਰਕੇ ਸਾਹ ਲਵਾਂਗਾ। ਤਿੰਨ ਮਿਲ ਕਹੀ ਫਿਰ ਸਾਚੀ ਬਾਤ। ਖਾਲਸਾ ਜੀ ਉਹਨਾਂ ਸਾਰਿਆਂ ਨੇ ਦੁਬਾਰਾ ਫਿਰ ਲਖਪਤ ਰਾਏ ਨੂੰ ਸਮਝਾਇਆ, ਸਿੰਘਨ ਦੋਸ਼ ਦੇ ਤੂੰ ਕਾਤ, ਕਿ ਤੂੰ ਭਾਈਚਾਰੇ ਦੀ ਵੀ ਗੱਲ ਨਹੀਂ ਮੰਨ ਰਿਹਾ। ਤੂੰ ਸਿੰਘਾਂ ਨੂੰ ਬਿਨਾਂ ਦੋਸ਼ ਤੋਂ ਖਤਮ ਕਰਨਾ ਚਾਹੁੰਦਾ, ਪਰ ਸਿੰਘਾਂ ਦਾ ਕੋਈ ਗੁਨਾਹ ਨਹੀਂ। ਮਨੀ ਸਿੰਘ ਤਾਂ ਪਕੜ ਕੁਹਾਇਓ, ਕਿਉਂਕਿ ਤੂੰ ਹੀ ਪਹਿਲਾਂ ਸ਼ੁਰੂਆਤ ਕੀਤੀ, ਤੂੰ ਹੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾਇਆ। ਜੇ ਤੂੰ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾ ਕੇ ਲਾਹੌਰ ਦਰਬਾਰ ਵਿੱਚ ਪੇਸ਼ ਨਾ ਕਰਵਾਉਂਦਾ ਤੇ ਭਾਈ ਮਨੀ ਸਿੰਘ ਦਾ ਬੰਦ-ਬੰਦ ਨਾ ਕਟਵਾਉਂਦਾ ਤੇ ਸਿੰਘਾਂ ਨੇ ਤੇਰੇ ਉੱਤੇ ਵਾਧੀ ਨਹੀਂ ਸੀ ਕਰਨੀ। ਹੁਣ ਤੂੰ ਸਿੰਘਾਂ ਦਾ ਗੁਨਾਹ ਕੱਢਦਾ, ਸਿੰਘਾਂ ਨੂੰ ਦੋਸ਼ ਦੇਣਾ, ਪਰ ਭਾਈ ਮਨੀ ਸਿੰਘ ਨੂੰ ਪਕੜਾ ਕੇ ਸ਼ੁਰੂਆਤ ਤੂੰ ਖੁਦ ਕੀਤੀ ਸੀ। ਤੇਰਾ ਕੀਤਾ ਤੈਂ ਭਾਈ ਪਾਇਓ, ਕਰਨੀ ਤੂੰ ਕਮਾਈ, ਮਾੜੇ ਕਰਮ ਤੂੰ ਕੀਤੇ। ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਤੂੰ ਕਰਵਾਇਆ ਤੇ ਤੇਰੀ ਕਰਨੀ ਤੇਰੇ ਭਰਾ ਨੂੰ ਭੁਗਤਣੀ ਪਈ। ਜੇ ਜਸਪਤ ਰਾਏ ਦਾ ਗੁਰੂ ਕੇ ਸਿੱਖਾਂ ਨੇ ਸੋਧਾ ਲਾਇਆ ਤੇ ਤੇਰੀ ਕਰਨੀ ਕਰਕੇ ਲਾਇਆ ਹੈ। ਲਾਨਤ ਲਾਨਤ ਕਹਤੇ ਗਏ। ਖਾਲਸਾ ਜੀ ਜਦੋਂ ਇੱਕ ਵੀ ਨਾ ਮੰਨੀ, ਕਹਿੰਦੇ ਸਾਰੇ ਬਰਾਦਰੀ ਦੇ ਲੋਕ ਲਾਹਣਤਾਂ ਪਾਉਂਦੇ ਵਾਪਸ ਚਲੇ ਗਏ ਵੀ ਲਾਹਣਤ ਹੈ ਤੇਰੇ ਵਰਗੇ ਤੇ, ਜਿਹੜਾ ਤੂੰ ਰੱਬ ਦੀ ਵਾਸਤੇ ਵੀ ਨਹੀਂ ਆਪਣੀ ਈਨ ਛੱਡ ਰਿਹਾ, ਤੂੰ ਰੱਬ ਦੀ ਖਾਤਰ ਵੀ ਆਪਣੀ ਈਨ ਨਹੀਂ ਛੱਡ ਰਿਹਾ। ਇਸ ਤਰ੍ਹਾਂ ਲਾਹਣਤਾਂ ਪਾ ਕਰਕੇ ਸਾਰੇ ਲੋਕ ਵਾਪਸ ਨੂੰ ਚਲੇ ਗਏ। ਕਛੂ ਸਿਆਣੇ ਠਾਂਡੇ ਰਹੇ, ਤੇ ਕੁਝ ਸਿਆਣੇ ਬਜ਼ੁਰਗ ਉਹ ਖੜੇ ਰਹੇ ਵੀ ਇੱਕ ਵਾਰ ਫਿਰ ਸਮਝਾ ਕੇ ਵੇਖ ਲੈਨੇ ਆ, ਕੀ ਪਤਾ ਮੰਨ ਜਾਵੇ। ਦੋਹਰਾ ਹਾਥ ਜੋੜ ਠਾਂਡੇ ਪਏ, ਇਤੀ ਬਾਰ ਤੋਂ ਮਾਨ। ਤੇ ਸਿਆਣੇ ਲੋਕ, ਬਜ਼ੁਰਗ ਲੋਕ ਹੱਥ ਜੋੜ ਕੇ ਕਹਿੰਦੇ, ਲਖਪਤ ਰਾਏ ਜੇ ਤੂੰ ਸਿੰਘਾਂ ਨੂੰ ਛੱਡਣਾ ਨਹੀਂ ਤੇ ਸਾਡੀ ਘੱਟੋ ਘੱਟ ਇੱਕ ਗੱਲ ਤੇ ਮੰਨ ਲੈ, ਅਸੀਂ ਤੇਰੀ ਬਰਾਦਰੀ ਦੇ ਆ, ਉਸ ਬਰਾਦਰੀ ਦੇ ਵਾਸਤੇ ਇੱਕ ਗੱਲ ਹੀ ਸਾਡੀ ਤੂੰ ਪ੍ਰਵਾਨ ਕਰ ਲੈ। ਮਾਵਸ ਹੈ ਅੱਜ ਸੋਮਵਤ, ਕਾਲ ਕਰੀ ਮਨ ਮਾਨ। ਅੱਜ ਸੋਮਵਾਰ ਦੀ ਮੱਸਿਆ ਹੈ, ਅਮਾਵਤ ਹੈ, ਇਸ ਕਰਕੇ ਤੂੰ ਸੋਮਵਾਰ ਦੀ ਮੱਸਿਆ ਵਾਲੇ ਦਿਨ ਨਾ ਮਾਰ। ਇਹਨਾਂ ਸਿਆਣਿਆਂ ਨੂੰ ਇਸ ਤਰ੍ਹਾਂ ਸੀ ਵੀ ਅੱਜ ਦੇ ਦਿਨ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਈਏ ਤੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਖਬਰ ਕਰ ਦੇਵਾਂਗੇ ਤੇ ਜੰਗਲਾਂ ਨੂੰ ਚਲੇ ਜਾਣਗੇ ਜਾਂ ਆਪੋ ਆਪਣਾ ਬੰਦੋਬਸਤ ਕਰ ਲੈਣਗੇ। ਸਿਆਣਿਆਂ ਨੇ ਸੋਚਿਆ ਵੀ ਇੱਕ ਦਿਨ ਲਈ ਤੇ ਟਲ ਜਾਵੇਗਾ, ਇਕੱਲੇ ਦਿਨ ਲਈ ਤੇ ਟਾਲੀਏ। ਕਹਿਣ ਲੱਗੇ ਵੀ ਸੋਮਵਾਰ ਦੀ ਮੱਸਿਆ ਹੈ, ਇਸ ਕਰਕੇ ਘੱਟੋ ਘੱਟ ਅੱਜ ਤੇ ਟਲ ਜਾ, ਅੱਜ ਤੇ ਸਿੱਖਾਂ ਦੇ ਕਤਲ ਨਾ ਕਰ। ਚਉ ਪਈ ਤਬ ਤਿਨ ਕੀ ਤਿਨ ਇਤੀ ਨ ਮਾਨੀ। ਪਰ ਖਾਲਸਾ ਜੀ ਲਖਪਤ ਰਾਏ ਹੱਸ ਕੇ ਹੰਕਾਰ ਵਿੱਚ ਕਹਿੰਦਾ, ਮੈਂ ਤੁਹਾਡੀ ਆ ਵੀ ਨਹੀਂ ਮੰਨਾਂਗਾ, ਮੈਂ ਤਾਂ ਇੱਕ ਖਿੰਨ ਵੀ ਨਹੀਂ ਰੁਕ ਸਕਦਾ। ਹੁਣ ਤਾਂ ਮੈਂ ਨਾਲ ਦੀ ਨਾਲ ਜਾ ਕਰਕੇ ਇਨ੍ਹਾਂ ਸਿੰਘਾਂ ਦਾ ਖਾਤਮਾ ਕਰਾਂਗਾ। ਦਏ ਮਰਾਏ ਸਿੱਖ ਮੂੜ ਅਗਿਆਨੀ। ਖਾਲਸਾ ਜੀ ਇਸ ਤਰ੍ਹਾਂ ਕਹਿੰਦਾ ਵੀ ਲਖਪਤ ਰਾਏ ਜਿਹੜਾ ਅਗਿਆਨੀ ਹੈ, ਮੂਰਖ ਹੈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਅਗਿਆਨੀ ਮੂਰਖ ਲਖੂ, ਕਹਿੰਦੇ ਇਸ ਤਰ੍ਹਾਂ ਸਿੱਖਾਂ ਨੂੰ ਮਾਰਨਾ ਚਾਹੁੰਦਾ, ਇਸ ਕਰਕੇ ਕਿਸੇ ਦੀ ਵੀ ਬਿਲਕੁਲ ਗੱਲ ਨਹੀਂ ਮੰਨ ਰਿਹਾ। ਹੋਕਾ ਦੀਨਾ ਸ਼ਹਿਰ ਬੁਲਾਏ। ਤਿੰਨ ਸਾਰੇ ਸ਼ਹਿਰ ਦੇ ਲੋਕ ਇਕੱਠੇ ਕਰਕੇ ਇੱਕ ਹੋਕਾ ਦੇ ਦਿੱਤਾ। ਲੇਵਾ ਨਾ ਕੋਈ ਗੁਰ ਕੋ ਨਾਏ। ਕਹਿੰਦਾ ਮੈਂ ਅੱਜ ਐਲਾਨ ਕਰਦਾ ਵੀ ਇਸ ਸਲਤਨਤ ਦੇ ਰਾਜ ਵਿੱਚ ਕੋਈ ਵੀ ਗੁਰੂ ਦਾ ਨਾਮ ਨਾ ਲਵੇ, ਕੋਈ ਗੁਰੂ ਨਾਨਕ ਦਾ ਨਾਮ ਨਾ ਲਵੇ, ਕੋਈ ਵੀ ਆਪਣੇ ਮੂੰਹ ਦੇ ਵਿੱਚੋਂ ਗੁਰੂ ਸ਼ਬਦ ਦੀ ਵਰਤੋਂ ਨਾ ਕਰੇ। ਜੋ ਗੁਰੂ ਨਾਮ ਸੁਨਿਓ ਹਮ ਕਾਨ। ਤੇ ਜੇ ਮੈਂ ਕਿਸੇ ਦੇ ਮੂੰਹੋਂ ਗੁਰੂ ਦਾ ਸ਼ਬਦ ਸੁਣ ਲਿਆ, ਗੁਰੂ ਨਾਮ ਸੁਣ ਲਿਆ, ਛਾਡੋ ਨਾਹੀ ਕੱਢੋ ਪੁਰਾਨ। ਤਾਂ ਛੱਡਾਂਗਾ ਨਹੀਂ,
ਜ਼ਿੰਦਗੀ ਖੋਹ ਲਵਾਂਗਾ, ਉਹਦੇ ਸਵਾਸ ਖਤਮ ਕਰ ਦੇਵਾਂਗਾ, ਸਿਰ ਕਲਮ ਕਰ ਦਿਆਂਗਾ। ਜੇ ਮੈਂ ਕਿਸੇ ਦੇ ਮੁਖੋਂ ਵੀ ਗੁਰੂ ਸ਼ਬਦ ਸੁਣ ਲਿਆ ਤੇ ਫਿਰ ਉਹ ਸਮਝ ਲਵੇ ਵੀ ਉਹ ਮੌਤ ਦੇ ਘਾਟ ਉਤਾਰਿਆ ਜਾਵੇਗਾ। ਇਸ ਤਰ੍ਹਾਂ ਐਲਾਨ ਕਰ ਦਿੱਤਾ। ਨਾਨਕ ਕੀ ਕੋ ਪੜ੍ਹੈ ਨਾ ਬਾਨੀ। ਕਹਿੰਦਾ ਕੋਈ ਵੀ ਉਸ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ। ਦੇਖੋ ਕੈਸਾ ਸਮਾਂ ਵੀ ਸਿੱਖਾਂ ਦੇ ਉੱਤੇ ਐਸੀ ਪਾਬੰਦੀ ਲਾ ਦਿੱਤੀ ਵੀ ਨਾ ਤਾਂ ਗੁਰੂ ਸ਼ਬਦ ਦੀ ਵਰਤੋਂ ਕਰਨੀ, ਨਾ ਕਿਸੇ ਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ। ਇਸ ਤਰ੍ਹਾਂ ਖਾਲਸਾ ਜੀ ਐਲਾਨ ਕਰ ਦਿੱਤਾ ਵੀ ਕੋਈ ਵੀ ਗੁਰੂ ਨਾਨਕ ਦੀ ਬਾਣੀ ਦਾ ਜਾਪ ਵੀ ਨਾ ਕਰੇ। ਗ੍ਰੰਥ ਲਕੋਏ ਪੋਥੀਆਂ ਛਿਪਾਨੀ। ਇਹਨੇ ਖਾਲਸਾ ਜੀ ਆਪਣੇ ਫੌਜੀ ਭੇਜ ਦਿੱਤੇ, ਸਿਪਾਹੀ ਭੇਜ ਦਿੱਤੇ। ਕਹਿੰਦਾ ਗ੍ਰੰਥ ਲੁਕਾ ਲਓ, ਬਾਣੀ ਦੀਆਂ ਪੋਥੀਆਂ ਲੁਕਾ ਲਓ। ਇਹਨਾਂ ਬਾਣੀ ਦੀਆਂ ਪੋਥੀਆਂ ਨੂੰ, ਗ੍ਰੰਥਾਂ ਨੂੰ ਅਗਨ ਭੇਟ ਕਰ ਦਿਓ। ਕੋਈ ਵੀ ਇਸ ਬਾਣੀ ਦੀਆਂ ਪੋਥੀਆਂ ਨੂੰ ਹੱਥ ਨਾ ਲਾਵੇ, ਇਹਨਾਂ ਤੋਂ ਪੋਥੀਆਂ ਖੋਲੋ। ਤੇ ਅੱਜ ਖਾਲਸਾ ਜੀ ਬਹੁਤੇ ਵਿਦਵਾਨ ਜਿਹੜੇ ਆਪੋ ਬਣੇ, ਉਹ ਕਈ ਵਾਰ ਨਾ ਬਹੁਤ ਜ਼ਿਆਦਾ ਨੈਗੇਟਿਵਿਟੀ ਫੈਲਾਉਂਦੇ ਸੰਪਰਦਾਵਾਂ ਦੇ ਉੱਤੇ ਬਹੁਤ ਜ਼ਿਆਦਾ ਉਂਗਲਾਂ ਚੱਕਦੇ ਨੇ ਵੀ ਇਹ ਸੰਪਰਦਾਵਾਂ ਵਾਲਿਆਂ ਨੇ ਪੰਥ ਨੂੰ ਕੀ ਦਿੱਤਾ, ਸੰਪਰਦਾਵਾਂ ਦੀ ਪੰਥ ਨੂੰ ਕੀ ਦੇਣ ਹੈ। ਪਰ ਦੇਖੋ ਉਦਾਸੀਨ ਸੰਪਰਦਾਇ, ਨਿਰਮਲੇ ਸੰਪਰਦਾਇ, ਸੇਵਾ ਪੰਥੀ ਮਹਾਂਪੁਰਖ, ਖਾਲਸਾ ਪੰਥ ਦੀਆਂ ਉਹ ਸ਼ਾਖਾਵਾਂ ਜਦੋਂ ਐਲਾਨ ਕੀਤੇ ਵੀ ਕੋਈ ਗੁਰੂ ਸ਼ਬਦ ਦੀ ਵਰਤੋਂ ਨਾ ਕਰੇ, ਕੋਈ ਮੂੰਹ ਦੇ ਵਿੱਚੋਂ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ, ਇਹਨਾਂ ਤੋਂ ਗ੍ਰੰਥ ਖੋ ਕੇ, ਪੋਥੀਆਂ ਖੋ ਕੇ ਅੱਗ ਦੇ ਵਿੱਚ ਸਾੜ ਦਿਓ, ਇਹਨਾਂ ਦੇ ਹੱਥ ਗੁਰਬਾਣੀ ਦੀ ਪੋਥੀਆਂ ਨਾ ਲੱਗਣ। ਉਸ ਸਮੇਂ ਉਦਾਸੀ ਤੇ ਨਿਰਮਲਿਆਂ ਨੇ ਗੁਰਬਾਣੀ ਦੀ ਪੋਥੀਆਂ ਦਾ ਸਤਿਕਾਰ ਕਰਦੇ ਹੋਏ ਗੁਰਬਾਣੀ ਦੀ ਪੋਥੀਆਂ ਦੀ ਸਾਂਭ ਸੰਭਾਲ ਕੀਤੀ। ਉਹਨਾਂ ਉਦਾਸੀ ਨਿਰਮਲਿਆਂ ਨੇ ਜੰਗਲਾਂ ਦੇ ਵਿੱਚ ਭੁੱਖਾਂ ਕੱਟ ਕੇ ਨਾਲੇ ਤੇ ਗੁਰਬਾਣੀ ਦੀਆਂ ਪੋਥੀਆਂ ਸਾਂਭੀਆਂ, ਨਾਲੇ ਖਾਲਸਾ ਜੀ ਗੁਰਬਾਣੀ ਦਾ ਪ੍ਰਚਾਰ ਕੀਤਾ। ਕਹਿੰਦੇ ਜੰਗਲਾਂ ਵਿੱਚ ਰਹਿ ਕਰਕੇ ਵੀ ਗੁਰਬਾਣੀ ਦਾ ਪ੍ਰਚਾਰ ਕਰਨਾ, ਸਿੱਖ ਤਿਆਰ ਕਰਨੇ, ਗੁਰੂ ਕੇ ਸਿੰਘ ਸਜਾਉਣੇ ਤੇ ਸਿੰਘ ਸਜਾ ਕੇ ਜੰਗ ਨੂੰ ਭੇਜਣਾ ਵੀ ਜਾ ਕੇ ਨਾਲ ਦੇ ਸਿੰਘਾਂ ਦੀ ਮਦਦ ਕਰੋ। ਇਹ ਸੰਪਰਦਾਵਾਂ ਵਾਲਿਆਂ ਨੇ ਉਦੋਂ ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਕੀਤਾ ਜਦੋਂ ਬਾਣੀ ਦੇ ਪ੍ਰਚਾਰ ਤੇ ਪਾਬੰਦੀਆਂ ਲੱਗ ਚੁੱਕੀਆਂ ਸੀ। ਇਸੇ ਕਰਕੇ ਵੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਗੀਚਾ ਹੈ ਨਾ, ਇਸ ਬਗੀਚੇ ਦੇ ਵਿੱਚ ਜਿਵੇਂ ਇੱਕ ਬਗੀਚੇ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲ ਹੁੰਦੇ ਨੇ, ਇਸੇ ਤਰ੍ਹਾਂ ਗੁਰੂ ਨਾਨਕ ਦੇ ਬਗੀਚੇ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੇ ਰੰਗ ਦਾ ਫੁੱਲ ਹੈ। ਇੱਥੇ ਭਗਵੇ ਵਸਤਰ ਪਾਏ ਹੋਏ ਉਦਾਸੀ ਨਿਰਮਲੇ ਮਹਾਂਪੁਰਖ ਵੀ ਨੇ, ਇੱਥੇ ਨੀਲੇ ਬਾਣੇ ਪਹਿਨੇ ਹੋਏ ਖਾਲਸਾ ਜੀ ਗੁਰੂ ਕੇ ਨਿਹੰਗ ਸਿੰਘ ਵੀ ਨੇ, ਇੱਥੇ ਸਫੇਦ ਵਸਤਰ ਪਾਏ ਹੋਏ ਕਾਰ ਸੇਵਾ ਵਾਲੇ ਸੇਵਾ ਪੰਥੀ ਨਾਨਕਸਰ ਵਾਲੇ ਵੀ ਨੇ। ਇੱਥੇ ਖਾਲਸਾ ਜੀ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦਾ ਬਗੀਚਾ ਹੈ। ਸੋ ਵੇਖੋ ਵੀ ਉਸ ਸਮੇਂ ਸਾਡੇ ਬਜ਼ੁਰਗਾਂ ਨੇ ਕਿੰਨੀ ਕਿ ਸ਼ਿੱਦਤ ਦੇ ਨਾਲ ਪ੍ਰਚਾਰ ਕੀਤਾ ਹੋਵੇਗਾ ਵੀ ਇੱਕ ਤਾਂ ਗੁਰਬਾਣੀ ਦੀ ਪੋਥੀਆਂ ਦਾ ਸਤਿਕਾਰ ਵੀ ਰੱਖਣਾ ਤੇ ਸਾਂਭ ਸੰਭਾਲ ਵੀ ਕਰਨੀ ਹੈ, ਦੂਸਰਾ ਬਾਣੀ ਦਾ ਪ੍ਰਚਾਰ ਕਰਕੇ ਫਿਰ ਸਿੱਖ ਵੀ ਸਜਾਉਣੇ ਨੇ। ਤੇ ਵੇਖੋ ਜਿੰਨਾ ਚਿਰ ਉਹ ਵਾਗ ਡੋਰ ਸਾਂਭ ਕੇ ਪ੍ਰਚਾਰ ਕਰਦੇ ਰਹੇ, ਅੱਜ ਵੀ ਕਰ ਰਹੇ, ਜਿੱਥੇ ਜਿੱਥੇ ਐਸੇ ਕਮਾਈ ਵਾਲੇ ਮਹਾਂਪੁਰਖ ਪ੍ਰਚਾਰ ਕਰਦੇ, ਉੱਥੇ ਨਾ ਕੋਈ ਸ਼ੰਕਾ ਪੈਦਾ ਹੁੰਦਾ, ਨਾ ਵਾਦ ਵਿਵਾਦ ਪੈਦਾ ਹੁੰਦਾ ਤੇ ਨਾ ਹੀ ਉੱਥੇ ਕਦੇ ਨੈਗੇਟਿਵਿਟੀ ਆਉਂਦੀ। ਸੋ ਇਤਿਹਾਸ ਤੋਂ ਸਾਨੂੰ ਇਹ ਵੀ ਸੇਧ ਲੈਂਦੇ ਰਹਿਣਾ ਚਾਹੀਦਾ ਹੈ ਵੀ ਪੰਥ ਦੀ ਸੇਵਾ ਕਿਹੜੇ ਕਰਦੇ ਰਹੇ ਤੇ ਪੰਥ ਦੀਆਂ ਜੜ੍ਹਾਂ ਕਿਹੜੇ ਵੱਢਦੇ ਰਹੇ। ਸੋ ਖਾਲਸਾ ਜੀ ਜਦੋਂ ਲਖਪਤ ਰਾਏ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੁਕੋ ਲਓ, ਬਾਣੀ ਦੀਆਂ ਪੋਥੀਆਂ ਅੱਗ ਦੇ ਵਿੱਚ ਅਗਨ ਭੇਟ ਕਰ ਦਿਓ, ਪਰ ਸਿੱਖਾਂ ਤੋਂ ਖੋਲੋ ਤਾਂ ਕਿ ਗੁਰੂ ਨਾਨਕ ਦੀ ਬਾਣੀ ਨਾ ਪੜਨ, ਕਿਉਂਕਿ ਜਦੋਂ ਬਾਣੀ ਪੜਨਗੇ ਤੇ ਇਹਨਾਂ ਦੇ ਵਿੱਚ ਜਜ਼ਬਾ ਆਵੇਗਾ, ਇਹਨਾਂ ਦੇ ਵਿੱਚ ਤਾਕਤ ਆਵੇਗੀ ਤੇ ਇਹ ਦੁਬਾਰਾ ਫਿਰ ਖੜੇ ਹੋ ਕਰਕੇ ਜੰਗ ਲੜਨ ਲਈ ਤਿਆਰ ਹੋਣਗੇ। ਖਾਲਸਾ ਜੀ ਅੱਜ ਕਈ ਵਾਰ ਕਹਿ ਦਿੰਦੇ ਨਾ ਵੀ ਬਾਰ-ਬਾਰ ਨਿਤਨੇਮ ਕਰਕੇ ਕੀ ਫਾਇਦਾ, ਬਹੁਤੀ ਬਾਣੀ ਪੜ੍ਹ ਕੇ ਕੀ ਫਾਇਦਾ, ਮਨ ਸਾਫ਼ ਹੋਣਾ ਚਾਹੀਦਾ ਹੈ। ਕਈ ਇਸ ਤਰ੍ਹਾਂ ਵੀ ਕਹਿੰਦੇ ਵੀ ਰੋਜ਼ਾਨਾ ਨਿਤਨੇਮ ਕਰਕੇ ਕੀ ਵੀ ਫਾਇਦਾ, ਵੀ ਬਾਰ-ਬਾਰ ਇੱਕੋ ਚੀਜ਼ ਹੀ ਪੜ੍ਹੀ ਜਾਣੀ। ਅਸਲ ਵਿੱਚ ਸਾਨੂੰ ਹੁਣ ਪਛਾਣਨ ਦੀ ਲੋੜ ਹੈ ਵੀ ਪਹਿਲਾਂ ਦੁਸ਼ਮਣ ਧੱਕੇ ਨਾਲ ਬਾਣੀ ਪੜਨ ਤੋਂ ਰੋਕਦਾ ਸੀ, ਪਹਿਲਾਂ ਦੁਸ਼ਮਣ ਧੱਕੇ ਨਾਲ ਬਾਣੀ ਦੀ ਪੋਥੀਆਂ ਖੋਂਦਾ ਸੀ, ਹੁਣ ਦੁਸ਼ਮਣ ਤੇ ਉਹੀ ਨੇ ਬਸ ਪਹਿਰਾਵੇ ਸਾਡੇ ਵਾਲੇ, ਤੇ ਸਾਡੇ ਵਿੱਚ ਆ ਕੇ ਬੜੇ ਢੰਗ ਨਾਲ ਕਹਿ ਜਾਂਦੇ ਵੀ ਨਾ ਅੰਮ੍ਰਿਤ ਵੇਲੇ ਦਾ ਫਾਇਦਾ, ਨਾ ਬਾਣੀ ਪੜਨ ਦਾ ਫਾਇਦਾ, ਨਾ ਸਿਮਰਨ ਕਰਨ ਦਾ ਫਾਇਦਾ। ਪਰ ਸੋਚ ਇਹਨਾਂ ਦੀ ਉਹੀ ਲਖਪਤ ਰਾਏ ਵਾਲੀ, ਮੀਰ ਮੰਨੂ ਵਾਲੀ, ਅਹਿਮਦ ਸ਼ਾਹ ਅਬਦਾਲੀ ਵਾਲੀ।
ਸੋ ਇਹ ਸੋਚ ਨੂੰ ਪਛਾਣਨ ਦੀ ਲੋੜ ਹੈ। ਪਰ ਮਹਾਨ ਉਹ ਬਜ਼ੁਰਗ ਵੀ ਇੰਨੀਆਂ ਪਾਬੰਦੀਆਂ ਤੋਂ ਬਾਅਦ ਵੀ ਬਾਣੀ ਦੀ ਪੋਥੀਆਂ ਵੀ ਸਾਂਭੀਆਂ ਤੇ ਬਾਣੀ ਦਾ ਜਾਪ ਵੀ ਕਰਦੇ ਰਹੇ। ਜੋ ਗੁਰ ਕੋ ਕੂਲੇਵੈ ਨਾਮ। ਤੇ ਖਾਲਸਾ ਜੀ ਲਖਪਤ ਰਾਏ ਨੇ ਕਿਹਾ ਵੀ ਜੇ ਕੋਈ ਆਪਣੇ ਮੂੰਹ ਦੇ ਵਿੱਚੋਂ ਗੁਰੂ ਦਾ ਨਾਮ ਲਵੇਗਾ, ਮੁਸਲਮਾਨ ਉਸ ਕਰੋ ਪਛਾਨ। ਤਾਂ ਉਹਨੂੰ ਨਾਲ ਦੀ ਨਾਲ ਜਬਰੀ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇਗਾ ਜਾਂ ਫਿਰ ਉਹਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ਕਰਕੇ ਕੋਈ ਵੀ ਆਪਣੇ ਮੂੰਹ ਦੇ ਵਿੱਚੋਂ ਗੁਰੂ ਸ਼ਬਦ ਦੀ ਵਰਤੋਂ ਨਾ ਕਰੇ। ਵਾਹਿਗੁਰੂ ਕਾ ਨਾਮ ਹਟਾਵੋ। ਇਹਨੇ ਐਲਾਨ ਕੀਤਾ ਫੌਜੀਆਂ ਨੂੰ, ਸਿਪਾਹੀਆਂ ਨੂੰ, ਫੌਜਦਾਰਾਂ ਨੂੰ ਵੀ ਹਰ ਇੱਕ ਦੇ ਘਰ ਦੇ ਵਿੱਚ ਜਾ ਜਾ ਕੇ ਵੇਖੋ ਕਿਹੜਾ ਵਾਹਿਗੁਰੂ ਜਪਦਾ, ਤੇ ਜਿਹੜਾ ਵੀ ਵਾਹਿਗੁਰੂ ਦਾ ਨਾਮ ਲੈਂਦਾ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੀ ਦਿਓ। ਪਰ ਵੇਖੋ ਕੈਸੇ ਮਹਾਨ ਕਮਾਈਆਂ ਵਾਲੇ ਉਹ ਗੁਰਸਿੱਖ ਹੋਣਗੇ ਕਿ ਖਾਲਸਾ ਜੀ ਜਦੋਂ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀ ਦਿੱਤਾ ਜਾਂਦਾ ਸੀ, ਉਦੋਂ ਵੀ ਵਾਹਿਗੁਰੂ ਗੁਰਮੰਤਰ ਜਪਣਾ ਨਹੀਂ ਛੱਡਿਆ। ਕਿੰਨਾ ਕਿ ਮਹਾਨ ਹੋਏਗਾ ਵਾਹਿਗੁਰੂ ਗੁਰਮੰਤਰ। ਕਹਿੰਦਾ ਵਾਹਿਗੁਰੂ ਦਾ ਨਾਮ ਲੈਣਾ ਵੀ ਬੰਦ ਕਰ ਦਿਓ। ਕਿਸੇ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਔਰ ਸਭਨ ਕੋ ਨਾਮ ਜਪਾਵੋ। ਤੇ ਕਹਿੰਦਾ ਹੋਰ ਜਿਹੜਾ ਮਰਜ਼ੀ ਨਾਮ ਜਪੋ, ਬਸ ਨਾ ਤਾਂ ਆਪਣੇ ਮੂੰਹ ਚੋਂ ਗੁਰੂ ਨਾਨਕ ਦਾ ਨਾਮ ਲੈਣਾ, ਨਾ ਗੁਰੂ ਨਾਨਕ ਦੀ ਬਾਣੀ ਪੜ੍ਹਨੀ, ਨਾ ਗੁਰੂ ਸ਼ਬਦ ਕਹਿਣਾ ਤੇ ਨਾ ਹੀ ਵਾਹਿਗੁਰੂ ਕਹਿਣਾ। ਹੋਰ ਜੋ ਮਰਜ਼ੀ ਜਪੀ ਜਾਓ, ਬਸ ਵਾਹਿਗੁਰੂ ਸ਼ਬਦ ਨਾ ਕਹੋ। ਦੋਹਰਾ ਗੁੜ ਕੇ ਕਹਿਨੇ ਗੁਰ ਹੈ ਧਰਾਇਓ ਨਾਮ। ਖਾਲਸਾ ਜੀ ਏਡਾ ਵੱਡਾ ਪਾਪੀ ਸੀ, ਆਪਾਂ ਗੁੜ ਸਾਰੇ ਛਕਦੇ ਹੀ ਹੋਣੇ। ਇਹਨੇ ਉਸ ਸਮੇਂ ਦੇ ਵਿੱਚ ਗੁੜ ਤੇ ਵੀ ਪਾਬੰਦੀ ਲਾ ਦਿੱਤੀ। ਕਹਿੰਦਾ ਕੋਈ ਗੁੜ ਸ਼ਬਦ ਦੀ ਵਰਤੋਂ ਵੀ ਨਾ ਕਰੇ। ਜੇ ਕੋ ਗੁਰੂ ਕਹਿ ਕਿਸ ਸਦੇ ਮਾਰੋ ਚੜ ਤਿਸ ਗਾਮ। ਕਹਿੰਦਾ ਜੇ ਕੋਈ ਗੁੜ ਸ਼ਬਦ ਦੀ ਵਰਤੋਂ ਕਰੇਗਾ, ਜਾਣੇ ਅਣਜਾਣੇ ਦੇ ਵਿੱਚ ਉਹਦੇ ਮੁਖ ਦੇ ਵਿੱਚੋਂ ਗੁਰ ਨਿਕਲ ਜਾਵੇਗਾ। ਇਸ ਕਰਕੇ ਕੋਈ ਗੁੜ ਸ਼ਬਦ ਦੀ ਵਰਤੋਂ ਵੀ ਨਾ ਕਰੇ ਵੀ ਕਿਤੇ ਗੁੜ ਕਵੇ ਤੇ ਮੂੰਹ ਦੇ ਵਿੱਚੋਂ ਗੁਰੂ ਨਾ ਨਿਕਲ ਜਾਵੇ। ਕਹਿੰਦਾ ਗੁੜ ਨਹੀਂ ਕਹਿਣਾ, ਗੁੜ ਨੂੰ ਰੋੜੀ ਕਿਹਾ ਕਰੋ। ਇਸ ਤਰ੍ਹਾਂ ਕਹਿੰਦਾ ਵੀ ਗੁੜ ਨਾ ਕਹੋ, ਗੁੜ ਨੂੰ ਰੋੜੀ ਕਹੋ, ਕਿਉਂਕਿ ਮੈਂ ਕਿਸੇ ਦੇ ਮੂੰਹ ਦੇ ਵਿੱਚੋਂ ਗੁਰੂ ਸ਼ਬਦ ਨਹੀਂ ਸੁਣਨਾ ਚਾਹੁੰਦਾ। ਤੇ ਜਿਹੜਾ ਗੁਰੂ ਕਵੇਗਾ ਜਾਂ ਗੁੜ ਕਵੇਗਾ, ਉਹਦੇ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ। ਚਉਪਈ ਐਸ ਉਪਦਰਵ ਲਖੂ ਚਾਇਆ। ਖਾਲਸਾ ਜੀ ਇਸ ਤਰ੍ਹਾਂ ਦੇ ਤਸੀਹੇ ਉਸ ਸਮੇਂ ਲਖਪਤ ਰਾਏ ਨੇ ਇਸ ਤਰ੍ਹਾਂ ਦੇ ਵਿਚਾਰ ਕਰਕੇ ਇਸ ਤਰ੍ਹਾਂ ਦੇ ਫਤਵੇ ਜਾਰੀ ਕਰ ਦਿੱਤੇ। ਚੜ ਸੋ ਖਾਲਸੇ ਉੱਪਰ ਧਾਇਆ। ਤੇ ਖਾਲਸਾ ਜੀ ਐਲਾਨ ਕਰਨ ਤੋਂ ਬਾਅਦ ਖਾਲਸੇ ਦੇ ਉੱਤੇ ਧਾਵਾ ਬੋਲ ਦਿੱਤਾ। ਤੋਪ ਜੰਬੂਰੇ ਕਸੇ ਬਣਾਏ। ਤੇ ਜੰਬੂਰੇ ਤੋਂ ਭਾਵ ਛੋਟੀਆਂ ਤੋਪਾਂ। ਇਹਨੇ ਖਾਲਸਾ ਜੀ ਛੋਟੀਆਂ ਤੋਪਾਂ ਵੀ ਉਹ ਗੁਰੂ ਕੇ ਸਿੰਘਾਂ ਵੱਲ ਕੱਸ ਦਿੱਤੀਆਂ। ਦਏ ਖਾਲਸੇ ਵੱਲ ਚਲਾਏ। ਤੇ ਛੋਟੀਆਂ ਤੋਪਾਂ ਦੇ ਨਾਲ ਆਪਣੇ ਸਿਪਾਹੀਆਂ ਨੂੰ ਖਾਲਸਿਆਂ ਵੱਲ ਭੇਜ ਦਿੱਤਾ ਵੀ ਜਿੱਥੇ ਕਿੱਥੇ ਵੀ ਗੁਰੂ ਕੇ ਸਿੱਖ ਵਸਦੇ ਨੇ, ਜਾਂਦੇ ਹੀ ਤੋਪ ਦੇ ਗੋਲਿਆਂ ਨਾਲ ਉਡਾ ਦਿਓ। ਹੈ ਗਏ ਰੱਥ ਪੈਦਲ ਲੈ ਤਾਇਓ। ਤੇ ਖਾਲਸਾ ਜੀ ਕਈ ਹਜ਼ਾਰ ਸਿਪਾਹੀ ਇਹਨੇ ਪੈਦਲ ਭੇਜ ਦਿੱਤੇ। ਕੋਈ ਤੋਪਾਂ ਲੈ ਕੇ ਭੇਜਿਆ, ਕੋਈ ਘੋੜਿਆਂ ਨਾਲ ਭੇਜਿਆ, ਕੋਈ ਪੈਦਲ ਭੇਜਿਆ, ਕੋਈ ਰੱਥਾਂ ਤੇ ਭੇਜਿਆ, ਕੋਈ ਹਾਥੀਆਂ ਤੇ ਭੇਜਿਆ। ਤੇ ਵੇਖੋ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦੇ ਅੰਦਰ ਕੀ ਜਜ਼ਬਾ ਭਰਿਆ ਤੇ ਗੁਰੂ ਨਾਨਕ ਸਾਹਿਬ ਦੀ ਕੈਸੀ ਰਹਿਮਤ ਸਿੱਖ ਪੰਥ ਦੇ ਵਿੱਚ ਵਰਤ ਰਹੀ ਹੈ ਵੀ ਕੇਵਲ ਤੇ ਕੇਵਲ ਦੁਨੀਆ ਵਿੱਚ ਇੱਕੋ ਮਜ਼ਹਬ ਐਸਾ ਹੈ, ਇੱਕੋ ਖਾਲਸਾ ਪੰਥ ਐਸਾ ਹੈ ਜਿਸ ਖਾਲਸਾ ਪੰਥ ਨੂੰ ਮਕਾਉਣ ਵਾਸਤੇ ਸ਼ੁਰੂ ਤੋਂ ਸਦੀਆਂ ਤੋਂ ਕਿੰਨਾ ਜ਼ੋਰ ਲੱਗਦਾ ਰਿਹਾ। ਪਰ ਵੇਖੋ ਗੁਰੂ ਨਾਨਕ ਦੀ ਕਿਰਪਾ ਕੈਸੀ ਹੈ ਵੀ ਖਾਲਸਾ ਪੰਥ ਖਤਮ ਹੋਣ ਦੀ ਬਜਾਏ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਤੇ ਦਿਨੋਂ ਦਿਨ ਚੜ੍ਹਦੀ ਕਲਾਈ ਹੋ ਰਹੀ ਹੈ। ਤੇ ਕਈ ਕਹਿੰਦੇ ਵੀ ਗੁਰੂ ਨਾਨਕ ਦੇ ਘਰ ਵਿੱਚ ਕਰਾਮਾਤ ਨਹੀਂ, ਤੇ ਖਾਲਸਾ ਜੀ ਇਹ ਤੋਂ ਵੱਡੀ ਕਰਾਮਾਤ ਕੀ ਹੋਵੇਗੀ ਵੀ ਜਦੋਂ ਵਾਹਿਗੁਰੂ ਕਹਿਣ ਵਾਲਿਆਂ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾਉਂਦੇ ਰਹੇ, ਉਦੋਂ ਵੀ ਵਾਹਿਗੁਰੂ ਕਹਿਣ ਵਾਲੇ ਨਹੀਂ ਮੁੱਕੇ ਬਲਕਿ ਤੋਪਾਂ ਚਲਾਉਣ ਵਾਲੇ ਮੁੱਕ ਗਏ। ਕੈਸਾ
ਰਹਿਮਤਾਂ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਸਾਨੂੰ ਦੇ ਗਏ ਨੇ ਵੀ ਜਿਸ ਪੰਥ ਨੂੰ ਮਕਾਉਣ ਵਾਸਤੇ ਇੰਨਾ ਜ਼ੋਬਰ ਜ਼ੁਲਮ ਕਰਦੇ ਰਹੇ, ਇੰਨੇ ਤਸੀਹੇ ਕਰਦੇ ਰਹੇ, ਇੰਨੀ ਹੀਲੇ ਵਰਤਦੇ ਰਹੇ, ਉਹ ਖਾਲਸਾ ਪੰਥ ਕਦੇ ਖਤਮ ਨਹੀਂ ਹੋ ਰਿਹਾ ਬਲਕਿ ਵੱਧਦਾ ਹੀ ਜਾ ਰਿਹਾ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਭ ਤੋਂ ਵੱਡੀ ਰਹਿਮਤ ਤੇ ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਕਰਾਮਾਤ ਵਰਤ ਰਹੀ ਹੈ। ਹੋਰ ਸੋ ਰਈਅਤ ਸਾਥ ਚਲਾਇਓ। ਖਾਲਸਾ ਜੀ ਹੋਰ ਵੀ ਰਈਅਤ ਤੋਂ ਭਾਵ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕ ਹੀ, ਉਹਨਾਂ ਨੂੰ ਵੀ ਕਹਿ ਦਿੱਤਾ ਕਿ ਵੀ ਨਾਲ ਚੱਲੋ, ਤੁਹਾਨੂੰ ਮਾਇਆ ਦਵਾਂਗਾ, ਜਿੰਨੇ ਸਿੱਖ ਜ਼ਿਆਦਾ ਵੱਢੋਗੇ ਉਨੀ ਜ਼ਿਆਦਾ ਮਾਇਆ ਦਵਾਂਗਾ। ਲਿਖ ਨਵਾਬ ਤਬ ਐਸ ਪਠਾਵੇ। ਖਾਲਸਾ ਜੀ ਜਿਹੜਾ ਨਵਾਬ ਸੀ ਸ਼ਾਹ ਨਵਾਜ਼, ਉਹਨੇ ਨੇ ਵੀ ਇੱਕ ਚਿੱਠੀ ਲਿਖ ਦਿੱਤੀ। ਹਮਰਾ ਸੋ ਜੋ ਦੀਵਾਨ ਸੰਗ ਜਾਵੇ। ਕਹਿੰਦਾ ਜਿਹੜਾ ਵੀ ਕੋਈ ਮੇਰਾ ਦੀਵਾਨ ਹੈ ਉਹ ਮੇਰੇ ਨਾਲ ਚੱਲੇ ਸਿੱਖਾਂ ਨੂੰ ਮਾਰਨ ਵਾਸਤੇ। ਭਾਵ ਜਿਹੜਾ ਵੀ ਸਰਕਾਰ ਦੀ ਨੌਕਰੀ ਕਰ ਰਿਹਾ, ਸਿੱਖਾਂ ਨੂੰ ਖਤਮ ਕਰਨ ਲਈ ਮੇਰੇ ਨਾਲ ਚੱਲੋ। ਮੁਲਤਾਨ ਬਹਾਵਲ ਮੁਲਕੇ ਤਾਂਬੇ। ਖਾਲਸਾ ਜੀ ਮੁਲਤਾਨ ਤੋਂ ਲੈ ਕੇ ਬਹਾਵਲਪੁਰ ਤੱਕ, ਅੱਜ ਤੇ ਪੰਜਾਬ ਬੜਾ ਛੋਟਾ ਹੈ ਨਾ, ਪਰ ਪੰਜਾਬ ਕਿੱਡਾ ਵੱਡਾ ਸੀ ਵੀ ਮੁਲਤਾਨ ਤੋਂ ਬਹਾਵਲਪੁਰ ਤੱਕ ਸਾਰੇ ਪਾਸੇ ਕਹਿ ਲਈਏ ਵੀ ਕਰਫਿਊ ਲਾ ਦਿੱਤਾ ਵੀ ਕਿਤੇ ਵੀ ਸਿੱਖ ਨਜ਼ਰ ਆਉਂਦਾ ਤੇ ਖਤਮ ਕਰ ਦਿਓ। ਇਸ ਤਰ੍ਹਾਂ ਖਾਲਸਾ ਜੀ ਮੁਲਤਾਨ ਤੋਂ ਬਹਾਵਲਪੁਰ ਤੱਕ ਆਪਣੇ ਸਿਪਾਹੀਆਂ ਦੇ ਪਹਿਰੇ ਲਾ ਦਿੱਤੇ। ਦੀਨੀ ਫੌਜ ਨਵਾਬ ਚੜਾਈ। ਨਵਾਬ ਨੇ ਇਹ ਸਾਰੇ ਇਲਾਕਿਆਂ ਦੇ ਵਿੱਚ ਫੌਜਾਂ ਚੜਾ ਦਿੱਤੀਆਂ। ਕਸੂਰ ਆਦ ਲਓ ਅਟਕ ਸੁਤਾਕਰ। ਕਸੂਰ ਤੋਂ ਲੈ ਕਰਕੇ ਅਟਕ ਇਲਾਕੇ ਤੱਕ, ਜਿੱਥੇ ਅਟਕ ਦਰਿਆ, ਜਿਸ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇੱਕੋ ਅਰਦਾਸ ਦੇ ਨਾਲ ਦਰਿਆ ਅਟਕਾ ਦਿੱਤਾ ਸੀਗਾ। ਅਰਦਾਸ ਤੇ ਭਰੋਸਾ ਹੋਵੇ ਤੇ ਅਰਦਾਸ ਤੇ ਦਰਿਆ ਅਟਕਾ ਦਿੰਦੀ ਹੈ। ਖਾਲਸਾ ਜੀ ਦੁਨੀਆ ਦੇ ਕੰਮ ਕਰ ਕਿੱਡੀ ਕੀ ਚੀਜ਼ ਹੈ। ਅਰਦਾਸ ਦੇ ਵਿੱਚ ਭਰੋਸਾ ਹੋਵੇ, ਅਰਦਾਸ ਭਾਵਨਾ ਨਾਲ ਕਰੇ, ਹਰ ਕਾਰਜ ਸਫਲ ਹੋ ਜਾਂਦਾ। ਬਸ ਅਰਦਾਸ ਕਰਨ ਵਾਲੇ ਦੀ ਕਮਾਈ ਹੋਣੀ ਚਾਹੀਦੀ ਹੈ, ਭਜਨ ਹੋਣਾ ਚਾਹੀਦਾ, ਬੰਦਗੀ ਹੋਣੀ ਚਾਹੀਦੀ ਹੈ। ਕਸੂਰ ਤੋਂ ਲੈ ਕਰਕੇ ਅਟਕ ਦਰਿਆ ਤੱਕ ਸਿੱਖਾਂ ਨੂੰ ਖਤਮ ਕਰਨ ਲਈ ਇੰਨੇ ਫੌਜਾਂ ਚੜਾ ਦਿੱਤੀਆਂ। ਤੇ ਵੇਖੋ ਕੈਸਾ ਸਮਾਂ ਹੋਵੇਗਾ ਉਦੋਂ ਵੀ ਉਦੋਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਫੌਜਾਂ ਜਾ ਰਹੀਆਂ, ਸਿਪਾਹੀ ਜਾ ਰਹੇ ਨੇ ਤੇ ਹਰ ਇੱਕ ਨੂੰ ਇਹ ਕਿਹਾ ਜਾ ਰਿਹਾ ਵੀ ਸਿੱਖ ਕਿੱਥੇ ਹੈ, ਸਿੱਖ ਦੀ ਸਾਨੂੰ ਸਿੱਖ ਬਾਰੇ ਦੱਸੋ, ਸਿੱਖ ਦੀ ਖਬਰ ਦਿਓ। ਤੇ ਜਿਹੜਾ ਸਿੱਖ ਨੂੰ ਲੁਕਾਵੇਗਾ ਪਰਿਵਾਰ ਸਮੇਤ ਮਾਰਿਆ ਜਾਵੇਗਾ। ਕਿੱਡਾ ਵੱਡਾ ਕਹਿਰ ਉਦੋਂ ਵਾਪਰਿਆ ਵੀ ਸਿੱਖਾਂ ਨੂੰ ਖਤਮ ਕਰਨ ਲਈ ਕੱਲੇ ਕੱਲੇ ਸ਼ਹਿਰ ਦੇ ਵਿੱਚ ਫੌਜਾਂ ਚੜਾ ਕੇ ਭੇਜ ਦਿੱਤੀਆਂ। ਔਰ ਦੁਆਬੇ ਤਿਹਾੜੇ ਲਾ ਕਰ। ਤੇ ਦੁਆਬੇ ਤੋਂ ਲੈ ਕੇ ਜਿਹੜਾ ਸਤਲੁਜ ਤੋਂ ਪਾਰਲਾ ਬੰਨਾ, ਇਹਨੂੰ ਤਿਹਾੜਾ ਇਲਾਕਾ ਕਹਿ ਦਿੰਦੇ ਖਾਲਸਾ ਜੀ। ਕਹਿੰਦੇ ਦੁਆਬੇ ਤੋਂ ਇਹ ਸਾਰਾ ਸਤਲੁਜ ਵਾਲਾ, ਸਤਲੁਜ ਤੋਂ ਪਾਰਲਾ ਜਿੰਨਾ ਵੀ ਇਲਾਕਾ ਸੀ, ਭਾਵ ਜਿੱਥੇ ਜਿੱਥੇ ਕੋਈ ਖਬਰ ਸੀ ਵੀ ਸਿੱਖ ਵਸਦੇ ਨੇ, ਜਾਂ ਕਹਿ ਲੋ ਵੀ ਇਹਨਾਂ ਨੇ ਖਬਰ ਕਢਵਾਈ ਵੀ ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਗਏ ਨੇ। ਜਿੱਥੇ ਜਿੱਥੇ ਗੁਰੂ ਨਾਨਕ ਨੇ ਚਰਨ ਪਾਏ ਆ ਉੱਥੇ ਉੱਥੇ ਸਿੱਖ ਜ਼ਰੂਰ ਵਸਦਾ ਹੋਵੇਗਾ। ਤੇ ਜਿੱਥੇ ਜਿੱਥੇ ਸਿੱਖ ਵਸਦਾ ਉੱਥੇ ਉੱਥੇ ਫੌਜਾਂ ਚੜਾ ਦਿਓ ਤੇ ਜਾ ਕਰਕੇ ਸਿੱਖਾਂ ਨੂੰ ਖਤਮ ਕਰ ਦਿਓ। ਲਿਖ ਭੇਜੇ ਤਿਨ ਸਕਲ ਪਹਾੜ। ਤੇ ਖਾਲਸਾ ਜੀ ਜਿਹੜੇ 22 ਧਾਰ ਦੇ ਰਾਜੇ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਵੀ ਫੌਜਾਂ ਚੜਾਈਆਂ, ਕਲਗੀਆਂ ਵਾਲੇ ਪਾਤਸ਼ਾਹ ਤੇ, ਜਿਨ੍ਹਾਂ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਮੁਕਾਬਲਾ ਕੀਤਾ, ਉਹ ਪਹਾੜੀ ਰਾਜਿਆਂ ਨੂੰ ਵੀ ਚਿੱਠੀਆਂ ਲਿਖ ਦਿੱਤੀਆਂ ਵੀ ਜੇ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਸਿੱਖ ਵਸਦੇ ਨੇ ਤੇ ਉਹਨਾਂ ਨੂੰ ਵੀ ਖਤਮ ਕਰ ਦਿਓ। ਨਵਾਬ ਬੁਲਾਏ ਕਰ ਬਹੁਤਾੜ। ਇਸ ਤਰ੍ਹਾਂ ਨਵਾਬ ਨੇ ਖਾਲਸਾ ਜੀ ਵੱਡੇ ਵੱਡੇ ਜਰਨੈਲ ਬੁਲਾ ਲਏ, ਵੱਡੇ ਵੱਡੇ ਆਗੂ ਬੁਲਾ ਲਏ, ਵੱਡੇ ਵੱਡੇ ਦੀਵਾਨ ਆਪਣੇ ਕੋਲ ਬੁਲਾ ਲਏ। ਜੋ ਇਨਮੈ ਕੋ ਰਹਿ ਸਿਪਾਹੀ। ਤੇ ਕਹਿੰਦਾ ਵੀ ਜੇ ਤੁਹਾਡੀਆਂ ਫੌਜਾਂ ਦੇ ਵਿੱਚ ਵੀ ਕੋਈ ਸਿਪਾਹੀ ਰਹਿੰਦਾ ਹੈ ਤਿਸ ਕੀ ਜਾਨ ਬਚੇਗੀ ਨਾਹੀ। ਤਾਂ ਉਹਦੀ ਜਾਨ ਨਹੀਂ ਬਚੇਗੀ। ਭਾਵ ਜੇ ਕਿਸੇ ਸਿਪਾਹੀ ਨੇ ਕਿਸੇ ਸਿੱਖ ਨੂੰ ਬਚਾਉਣ ਦਾ ਯਤਨ ਕੀਤਾ, ਕਿਸੇ ਸਿੱਖ ਨੂੰ ਨਾ ਮਾਰਿਆ, ਤੇ ਉਹ ਸਿਪਾਹੀ ਵੀ ਨਾਲ ਦੀ ਨਾਲ ਮਾਰਿਆ ਜਾਵੇਗਾ। ਭਾਵ ਮੌਤ ਦੇ ਡਰਾਵੇ ਦੇ ਦੇ ਕੇ ਆਪਣੇ ਸਿਪਾਹੀਆਂ, ਆਪਣੀਆਂ ਫੌਜਾਂ ਨੂੰ ਤਿਆਰ ਕੀਤਾ ਵੀ ਸਿੱਖਾਂ ਨੂੰ ਖਤਮ ਕਰ ਦਿਓ। ਐਸ ਦਬਾਵ ਨਵਾਬ ਸੋ ਦੇ। ਇਸ ਤਰ੍ਹਾਂ ਖਾਲਸਾ ਜੀ ਨਵਾਬ ਨੇ ਸਾਰੇ ਪਾਸੇ ਦਬਦਬਾ ਬਣਾ ਦਿੱਤਾ ਆਪਣਾ। ਸ਼ਾਹ ਨਵਾਜ਼ ਨੇ ਇਸ ਤਰ੍ਹਾਂ ਫਤਵੇ ਜਾਰੀ ਕਰ ਦਿੱਤੇ ਤਿਸ ਕੇ ਆਕੀ ਰਹਾ ਸੋ ਕੋਏ। ਕਿ ਉਹਦੇ ਤੋਂ ਕੋਈ ਵੀ ਆਕੀ ਨਾ ਹੋਵੇ। ਐਸੋ ਕੋ ਜੋ ਚਲੈ ਨ ਕਹੈ। ਖਾਲਸਾ ਜੀ ਦੁਨੀਆ ਦੇ ਤਖਤੇ ਤੇ ਕਹਿੰਦੇ ਇਹੋ ਜਿਹਾ ਕੋਈ ਵੀ ਨਾ ਹੋਵੇ ਜਿਹੜਾ ਨਵਾਬ ਦੀ ਗੱਲ ਨਾ ਮੰਨੇ। ਦੋਰਾ
ਆਇਓ ਜੋ ਦੀਵਾਨ ਪੈ ਦੇਵਨ ਜਸੂ ਕਾਣ। ਖਾਲਸਾ ਜੀ ਇਸ ਕਰਕੇ ਹੁਣ ਜਿਹੜੇ ਲਖਪਤ ਰਾਏ ਦੇ ਕੋਲ ਆਉਂਦੇ ਨਾ, ਜਸਪਤ ਰਾਏ ਦਾ ਮਕਾਨ ਲੈ ਕਰਕੇ, ਭਾਵ ਜਸਪਤ ਰਾਏ ਦਾ ਅਫਸੋਸ ਕਰਨ ਵਾਸਤੇ, ਜਿਹੜੇ ਲਖਪਤ ਰਾਏ ਨੂੰ ਆ ਕੇ ਕਹਿੰਦੇ ਵੀ ਬਹੁਤ ਮਾੜਾ ਹੋਇਆ, ਤੇਰੇ ਭਰਾ ਦੀ ਮੌਤ ਹੋ ਗਈ। ਲੇਵੈ ਜਸੂ ਤਿਸ ਸੰਗੈ ਪਾਵੈ ਨਹਿ ਘਰ ਜਾਣ। ਤੇ ਲਖਪਤ ਰਾਏ ਉਹਨਾਂ ਨੂੰ ਹੀ ਨਾਲ ਹੀ ਬੰਦੀ ਬਣਾ ਲੈਂਦਾ। ਕਹਿੰਦਾ ਵੀ ਹੁਣ ਤੁਸੀਂ ਵੀ ਘਰ ਨਹੀਂ ਜਾਵੋਗੇ ਜਦੋਂ ਤੱਕ ਮੇਰੇ ਨਾਲ ਘੱਟੋ ਘੱਟ 5 ਸਿੱਖਾਂ ਨੂੰ ਨਾ ਮਾਰ ਦੋ। ਕਹਿੰਦਾ ਹੁਣ ਤੁਹਾਨੂੰ ਘਰ ਨਹੀਂ ਜਾਣ ਦਿਆਂਗਾ, ਹੁਣ ਮੇਰੇ ਨਾਲ ਚੱਲ ਕੇ ਸਿੱਖਾਂ ਦੇ ਉੱਤੇ ਜ਼ੁਲਮ ਕਰੋ। ਚੌਪਈ ਔਰ ਨਵੀਂ ਰੱਖ ਲਈ ਸਿਪਾਹੇ। ਤੇ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਫੌਜਾਂ ਦੀ ਭਰਤੀ ਖੋਲ ਦਿੱਤੀ, ਸਿਪਾਹੀਆਂ ਦੀ ਭਰਤੀ ਖੋਲ ਦਿੱਤੀ। ਆਇਓ ਰਹਿਣ ਜੋ ਮੋੜਿਓ ਨਾਹੇ। ਤੇ ਕਹਿੰਦਾ ਵੀ ਸਾਰੇ ਹੀ ਇਸ ਫੌਜ ਦੇ ਵਿੱਚ ਭਰਤੀ ਹੋਵੋ, ਸਿਪਾਹੀ ਭਰਤੀ ਹੋਵੋ, ਸਿਪਾਹੀ ਭਰਤੀ ਹੋ ਕਰਕੇ ਸਿੱਖਾਂ ਤੇ ਤਸ਼ੱਦਦ ਕਰੋ, ਤੇ ਜਿਹੜਾ ਸਿਪਾਹੀ ਭਰਤੀ ਨਹੀਂ ਹੋਵੇਗਾ ਉਹਨੂੰ ਮਾਰ ਦਿੱਤਾ ਜਾਵੇਗਾ। ਐਸੇ ਦਬਦਬੇ ਦੇ ਨਾਲ, ਇਸ ਤਰ੍ਹਾਂ ਦਬਾਅ ਬਣਾ ਕਰਕੇ ਇਹਨੇ ਫੌਜ ਦੇ ਵਿੱਚ ਵਾਧਾ ਕਰ ਲਿਆ। ਕਹੇ ਦਿਵਸ 2 ਮੈਂ ਲਊ ਫੜਹੀ। ਤੇ ਲਖਪਤ ਰਾਏ ਕਹਿੰਦਾ ਕੇਵਲ 2 ਦਿਨਾਂ ਦੇ ਵਿੱਚ ਇਸ ਦੁਨੀਆ ਦੇ ਤਖਤੇ ਤੋਂ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਪਰ ਖਾਲਸਾ ਜੀ, ਦੁਨੀਆ ਤੋਂ ਗੁਰੂ ਨਾਨਕ ਦਾ ਨਾਮ ਤਾਂ ਕੀ ਮਿਟਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਤੇ ਪੰਜਾ ਜਿਸ ਪੱਥਰ ਨੂੰ ਲੱਗ ਜਾਵੇ, ਉਹ ਪੱਥਰ ਤੋਂ ਗੁਰੂ ਨਾਨਕ ਦਾ ਪੰਜਾ ਨਹੀਂ ਮਿਟਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤੇ ਛੋਹ ਜਿਸ ਪੱਥਰ ਨੂੰ ਲੱਗ ਜਾਵੇ, ਉਹ ਪੱਥਰ ਦੇ ਉੱਤੇ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਆਕਾਰ ਦੀ ਛੋਹ ਨਜ਼ਰ ਆਉਂਦੀ ਹੈ। ਉਸ ਪੱਥਰ ਤੋਂ ਗੁਰੂ ਨਾਨਕ ਦੀ ਛੋਹ ਨਹੀਂ ਮਿਟ ਸਕਦੀ ਦੁਨੀਆ ਦੇ ਉੱਤੇ, ਤੇ ਫਿਰ ਕਣ ਕਣ ਦੇ ਵਿੱਚ ਗੁਰੂ ਨਾਨਕ ਵਸਦਾ ਹੈ। ਸੋ ਖਾਲਸਾ ਜੀ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅਪਾਰ ਰਹਿਮਤ ਬਖਸ਼ਿਸ਼ ਹੀ ਹੈ ਵੀ ਮਾਰਨ ਵਾਲੇ ਤੇ ਖਤਮ ਹੋ ਜਾਂਦੇ, ਪਰ ਨਾ ਤੇ ਗੁਰੂ ਨਾਨਕ ਨੇ ਮੁਕਣਾ, ਨਾ ਗੁਰੂ ਨਾਨਕ ਦੇ ਸਿੱਖਾਂ ਨੇ ਮੁਕਣਾ, ਕਿਉਂਕਿ ਇਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਬਾਣੀ ਵਸਦੀ ਹੈ। ਫੇਰ ਉਤਾਰੂ ਕਰੂੰ ਤੁਰਤ ਹੀ। ਕਹਿੰਦਾ ਉਦੋਂ ਹੀ ਸਿਰ ਤੇ ਪੱਗ ਬੰਨਾਂਗਾ, ਉਦੋਂ ਹੀ ਅੰਨ ਮੂੰਹ ਵਿੱਚ ਪਾਵਾਂਗਾ, ਉਦੋਂ ਹੀ ਸਾਹ ਲਵਾਂਗਾ ਜਦੋਂ 2 ਦਿਨਾਂ ਦੇ ਵਿੱਚ, ਕੇਵਲ 2 ਦਿਨਾਂ ਦੇ ਵਿੱਚ ਸਿੱਖ ਮਾਰ ਦਿਆਂਗਾ। ਇਹ 2-2 ਦਿਨਾਂ ਵਾਲੇ ਕਈ ਆਉਂਦੇ ਰਹੇ, ਕੱਲਾ ਲਖਪਤ ਰਾਏ ਨਹੀਂ, ਕਈ ਆਏ। ਕਦੇ ਮੀਰ ਮੰਨੂ ਆਇਆ, ਕਦੇ ਅਹਿਮਦ ਸ਼ਾਹ ਅਬਦਾਲੀ ਆਇਆ, ਕਦੇ ਕੋਈ ਆਇਆ। ਇਹ 2-2 ਦਿਨ ਦੇ ਦਾਅਵੇ ਕਰਦੇ ਰਹੇ, ਪਰ ਖਾਲਸਾ 2 ਦਿਨਾਂ ਬਾਅਦ ਇਹਨਾਂ ਦਾ ਹੀ ਭੋਗ ਪਾਉਂਦਾ ਰਿਹਾ ਤੇ ਆਪਣੇ ਨਿਸ਼ਾਨ ਖਾਲਸਾ ਦਿਨ ਬ ਦਿਨ ਹੋਰ ਚਲਾਉਂਦਾ ਰਿਹਾ। ਸੋ ਖਾਲਸਾ ਜੀ ਇਹ ਕਹਿੰਦਾ ਵੀ 2 ਦਿਨਾਂ ਦੇ ਵਿੱਚ ਹੀ ਸਿੱਖਾਂ ਨੂੰ ਖਤਮ ਕਰ ਦਿਆਂਗਾ। ਚੜਿਓ ਹਾਥੀ ਉੱਤੇ ਦੀਵਾਨ। ਤੇ ਇਸ ਤਰ੍ਹਾਂ ਕਹਿ ਕੇ ਲਖਪਤ ਰਾਏ ਹਾਥੀ ਤੇ ਸਵਾਰ ਹੋ ਗਿਆ। ਉੱਠੀ ਧੂੜ ਰਬ ਰੁਕਿਓ ਸਮਾਨ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇੰਨੀ ਕੇ ਫੌਜ ਇਕੱਠੀ ਕਰ ਲਈ, ਇੰਨੇ ਕੇ ਘੋੜਸਵਾਰ ਸਿਪਾਹੀ ਇਕੱਠੇ ਕਰ ਲਏ ਵੀ ਜਦੋਂ ਫਤਵਾ ਦਿੱਤਾ, ਐਲਾਨ ਦਿੱਤਾ ਵੀ ਜਾਓ ਸਾਰੇ ਪਾਸੇ ਫੈਲ ਜਾਓ ਤੇ ਸਿੱਖਾਂ ਦੀ ਤਲਾਸ਼ ਕਰੋ। ਜਦੋਂ ਕਹਿੰਦੇ ਘੋੜੇ ਭੱਜੇ, ਹਾਥੀ ਭੱਜਿਆ, ਸਾਰੇ ਅਸਮਾਨ ਦੇ ਵਿੱਚ ਕਹਿੰਦੇ ਮਿੱਟੀ ਉੱਡਣ ਲੱਗ ਪਈ। ਐਸੋ ਸ਼ੋਰ ਜਗਤ ਮੈਂ ਪਇਓ। ਤੇ ਦੁਨੀਆ ਦੇ ਤਖਤੇ ਤੇ ਇਸ ਤਰ੍ਹਾਂ ਦਾ ਰੋਲਾ ਪੈ ਗਿਆ ਅਬੈ ਖਾਲਸੋ ਲੁਕਨ ਨਾ ਦਇਓ ਕਿ ਹੁਣ ਸਿੰਘ ਕਿਤੇ ਲੁਕ ਨਹੀਂ ਸਕਣਗੇ, ਭਾਵੇਂ ਜੰਗਲਾਂ ਵਿੱਚ ਹੋਣ, ਭਾਵੇਂ ਦਰਿਆਵਾਂ ਵਿੱਚ ਹੋਣ, ਭਾਵੇਂ ਘਰਾਂ ਵਿੱਚ ਹੋਣ, ਭਾਵੇਂ ਉਜਾੜਾਂ ਵਿੱਚ ਹੋਣ, ਹੁਣ ਸਿੰਘਾਂ ਨੂੰ ਪਕੜ ਕੇ ਖਤਮ ਕਰ ਦਿਆਂਗੇ। ਇਹ ਤੋਂ ਖਾਲਸ ਛੱਡੈ ਨਾ ਬੀਜ। ਤੇ ਲੋਕ ਕਹਿਣ ਲੱਗ ਪਏ ਵੀ ਆ ਲਖਪਤ ਰਾਏ ਜਿਸ ਤੇਜ਼ੀ ਨਾਲ ਵੱਧ ਰਿਹਾ, ਇੰਨੇ ਤੇ ਖਾਲਸੇ ਦਾ ਬੀਜ ਵੀ ਨਹੀਂ ਛੱਡਣਾ। ਭਾਈ ਬੈਰ ਲੈਣ ਚੜਿਓ ਖੀਜ। ਕਿਉਂਕਿ ਇਹ ਖਿੱਜ ਦੇ ਵਿੱਚ ਆ ਕਰਕੇ, ਖਿੱਜ ਕੇ ਆਪਣੇ ਭਰਾ ਦਾ ਵੈਰ ਲੈਣਾ ਚਾਹੁੰਦਾ, ਭਰਾ ਦਾ ਬਦਲਾ ਲੈਣਾ ਚਾਹੁੰਦਾ। ਇਹ ਆਪਣੇ ਭਰਾ ਦੀ ਮੌਤ ਦੇ ਬਦਲੇ ਦੇ ਕਾਰਨ ਸਿੱਖਾਂ ਦੇ ਉੱਤੇ ਐਸੇ ਜ਼ੁਲਮ ਕਰ ਰਿਹਾ ਹੈ। ਜੈਸੇ ਆਂਧੀ ਪਾਤ ਉਡਾਵੇ। ਕਹਿੰਦੇ ਜਿਵੇਂ ਹਨੇਰੀ ਆਵੇ, ਹਨੇਰੀ ਪੱਤੇ ਉਡਾ ਦਿੰਦੀ ਹੈ, ਤੈਸੋ ਖਾਲਸੋ ਆਗੇ ਧਾਵੇ। ਖਾਲਸਾ ਜੀ ਇਸ ਤਰ੍ਹਾਂ ਫਿਰ ਅੱਗੋਂ ਖਾਲਸੇ ਦੀ ਹਨੇਰੀ ਆਉਂਦੀ ਹੈ। ਕਹਿੰਦੇ ਤੂਫਾਨ ਆਉਣ ਤੋਂ ਪਹਿਲਾਂ ਸ਼ਾਂਤੀ ਹੁੰਦੀ ਹੈ ਨਾ, ਪਰ ਕਹਿੰਦੇ ਜਿਹੜਾ ਪਹਿਲਾਂ ਕੋਈ ਹੋਰ ਰੋਲਾ ਪਾਵੇ ਤੇ ਜਦੋਂ ਫਿਰ ਅੱਗੋਂ ਹਨੇਰੀ ਆ ਜਾਵੇ ਤੇ ਫਿਰ ਸਭ ਕੁਝ ਸਮੇਟ ਦਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਖਾਲਸਾ ਪਹਿਲਾਂ ਆਪਣੀ ਮੌਜ ਦੇ ਵਿੱਚ ਵਿਚਰਦਾ, ਪਰ ਜੇ ਬਾਰ-ਬਾਰ ਕੋਈ ਸੁੱਤੇ ਸ਼ੇਰ ਨੂੰ ਜਗਾਵੇ
ਜਦੋਂ ਖਾਲਸੇ ਦੀ ਹਨੇਰੀ ਆਵੇ ਫਿਰ ਖਾਲਸਾ ਜੀ ਵੱਡੇ ਵੱਡੇ ਦਰਖਤ ਵੀ ਹਿੱਲ ਜਾਂਦੇ ਨੇ। ਦੋਹਰਾ ਜੋ ਆਏ ਥੇ ਤੁਰਤ ਕੇ ਤੇ ਤੁਰਤ ਤੁਰੇ ਘਰ ਔਰ। ਹੁਣ ਖਾਲਸਾ ਜੀ ਜਿਹੜੇ ਕੁਝ ਤੁਰਕਾਂ ਦੇ ਵਿੱਚੋਂ ਸਿੱਖਾਂ ਵਿੱਚ ਰਲ ਗਏ ਸਨ, ਜਿਹੜੇ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਸਿੱਖਾਂ ਵਿੱਚ ਜਾ ਰਲੇ ਸਨ, ਜਦੋਂ ਪਤਾ ਲੱਗਾ ਵੀ ਸਿੱਖਾਂ ਨੂੰ ਮਾਰਨ ਵਾਸਤੇ ਸਰਕਾਰ ਨੇ ਹੁਕਮ ਦੇ ਦਿੱਤੇ, ਕਹਿੰਦੇ ਉਹ ਵੀ ਵਾਪਸ ਘਰਾਂ ਨੂੰ ਚਲ ਗਏ। ਕਿਉਂਕਿ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਦੋਂ ਸੁੱਖ ਹੁੰਦਾ ਹੈ, ਸੁੱਖਾਂ ਵਿੱਚ ਸਾਰੇ ਹੀ ਕਹਿੰਦੇ ਨੇ ਵੀ ਸਾਡਾ ਭਰਾ ਹੈ, ਸਾਡਾ ਮਿੱਤਰ ਹੈ, ਸਾਡਾ ਪੁੱਤਰ ਹੈ। ਪਰ ਜੇ ਕਿਤੇ ਮਾੜਾ ਸਮਾਂ ਆ ਜਾਵੇ, ਵਿਪਤਾ ਭਰਿਆ ਸਮਾਂ ਆ ਜਾਵੇ, ਵੱਡੇ ਵੱਡੇ ਸੱਜਣ ਮਿੱਤਰ ਵੀ ਸਾਥ ਛੱਡ ਜਾਂਦੇ ਨੇ। ਤੇ ਦੁਨੀਆ ਵਿੱਚ ਵੀ ਆਪਾਂ ਵੇਖਦੇ ਆ ਨਾ ਵੀ ਜਦੋਂ ਸੁੱਖ ਆਉਂਦੇ ਨੇ, ਖੁਸ਼ੀਆਂ ਦਾ ਸਮਾਂ ਆਉਂਦਾ ਹੈ ਤੇ ਸਾਰੇ ਆਪੋ ਆਪਣੇ ਰਿਸ਼ਤੇ ਬਣਾਉਂਦੇ ਨੇ। ਪਰ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਕਦੇ ਵੀ ਸੁੱਖਾਂ ਵੇਲੇ, ਖੁਸ਼ੀ ਵੇਲੇ ਆਪਣੇ ਰਿਸ਼ਤਿਆਂ ਤੇ ਮਾਣ ਨਾ ਕਰੀ, ਕਿਉਂਕਿ ਜਦੋਂ ਦੁੱਖ ਆਇਆ, ਦੁੱਖ ਦੇ ਵਿੱਚ ਕੇਵਲ ਤੇ ਕੇਵਲ ਇੱਕ ਰਿਸ਼ਤਾ ਨਜ਼ਰ ਆਵੇਗਾ, ਉਹ ਗੁਰੂ ਨਾਨਕ ਦਾ ਰਿਸ਼ਤਾ ਹੋਵੇਗਾ। ਦੁੱਖ ਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਸਾਡੀ ਬਾਹ ਪਕੜਨਗੇ। ਇਹ ਤੇ ਖਾਲਸਾ ਜੀ ਜਿਹੜੇ ਮਸੰਦ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਸੀ ਨਾ ਘਰੇ ਚਰਨ ਪਾਓ, ਜਦੋਂ ਕਲਗੀਆਂ ਵਾਲੇ ਚਮਕੌਰ ਦੀ ਗੜੀ ਛੱਡ ਕੇ ਗਏ ਤੇ ਪੂਰਨ ਮਸੰਦ ਵਰਗਿਆਂ ਦਾ ਬੂਹਾ ਖੜਕਾਇਆ ਤੇ ਖਾਲਸਾ ਜੀ ਉਹਨਾਂ ਨੇ ਬੂਹਾ ਨਹੀਂ ਸੀ ਖੋਲਿਆ। ਜਿਹੜੇ ਬਾਰ-ਬਾਰ ਕਹਿੰਦੇ ਸੀ ਆਨੰਦਪੁਰ ਜਾ ਕੇ ਮਹਾਰਾਜ ਘਰੇ ਚਰਨ ਪਾਓ, ਤੇ ਜਦੋਂ ਮਹਾਰਾਜ ਗਏ ਤੇ ਖਾਲਸਾ ਜੀ ਬੂਹਾ ਹੀ ਨਹੀਂ ਸੀ ਖੋਲਦੇ ਵੀ ਮਹਾਰਾਜ ਆਪ ਹੀ ਚਲੇ ਜਾਣ। ਇਸ ਕਰਕੇ ਜਿਹੜੇ ਸੁੱਖਾਂ ਵੇਲੇ ਆ ਕਰਕੇ ਬਹੁਤੇ ਨੇੜੇ ਬਹਿੰਦੇ ਨੇ, ਸੁੱਖਾਂ ਦੇ ਵਿੱਚ ਕਦੇ ਵੀ ਆਪਣੇ ਰਿਸ਼ਤਿਆਂ ਤੇ ਆਪਣੇ ਸੱਜਣਾ ਤੇ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਸੱਜਣਾ ਮਿੱਤਰਾਂ ਦਾ ਪਤਾ ਉਦੋਂ ਲੱਗਦਾ ਜਦੋਂ ਬੰਦੇ ਦੇ ਉੱਤੇ ਦੁੱਖ ਦਾ ਸਮਾਂ ਆਉਂਦਾ। ਸੋ ਖਾਲਸਾ ਜੀ ਜਿਹੜੇ ਸੁੱਖਾਂ ਦੇ ਵਿੱਚ ਖਾਲਸੇ ਵਿੱਚ ਆ ਕੇ ਰਲੇ, ਸਿੱਖਾਂ ਵਿੱਚ ਰਲੇ, ਹੁਣ ਜਦੋਂ ਸਰਕਾਰ ਨੇ ਐਲਾਨ ਕੀਤਾ ਸਿੱਖਾਂ ਦੇ ਖਾਤਮੇ ਦਾ, ਉਹ ਵਾਪਸ ਘਰਾਂ ਨੂੰ ਭਜਨੇ ਸ਼ੁਰੂ ਹੋ ਗਏ। ਰਹੇ ਸਿੱਖ ਜੋ ਥੇ ਪੱਕੇ ਸਤਿਗੁਰੂ ਉੱਪਰ ਜੋਰ। ਪਰ ਜਿਹੜੇ ਪੱਕੇ ਸਿੱਖ ਸੀ ਨਾ, ਉਹ ਪੱਕੇ ਸਿੱਖ ਨਹੀਂ ਘਰਾਂ ਨੂੰ ਗਏ, ਉਹ ਗੁਰੂ ਸਾਹਿਬ ਦੇ ਉੱਤੇ ਭਰੋਸਾ ਕਰਕੇ ਜਥੇ ਦੇ ਵਿੱਚ ਹੀ ਰਹੇ। ਜਿਹੜੇ ਗੁਰੂ ਕੀ ਬਾਣੀ ਦਾ ਅਭਿਆਸ ਕਰਦੇ ਸੀ, ਜਿਹੜੇ ਅੰਦਰੋਂ ਜੁੜੇ ਸੀ ਨਾ ਸਤਿਗੁਰੂ ਦੇ ਨਾਲ, ਉਹ ਨਹੀਂ ਘਰਾਂ ਨੂੰ ਗਏ। ਉਹ ਕਹਿੰਦੇ ਹੁਣ ਭਾਵੇਂ ਮਰ ਵੀ ਜਾਈਏ ਪਰ ਗੁਰੂ ਨਾਨਕ ਦੀ ਸਿੱਖੀ ਨਹੀਂ ਛੱਡਾਂਗੇ। ਚਉ ਪਈ ਜਿਮ ਜਿਮ ਲੋਕਨ ਸ਼ੋਹਰਤ ਪਈ। ਜਿਵੇਂ ਜਿਵੇਂ ਲੋਕਾਂ ਦੇ ਵਿੱਚ ਧਾਕ ਪੈ ਗਈ, ਤਿਮ ਤਿਮ ਫੌਜ ਸਿੰਘਨ ਪਰ ਗਈ। ਬਸ ਉਸੇ ਤਰ੍ਹਾਂ ਜਿੱਥੇ ਜਿੱਥੇ ਪਤਾ ਲੱਗਾ ਵੀ ਸਿੱਖ ਵੱਸਦੇ, ਉੱਥੇ ਉੱਥੇ ਫੌਜਾਂ ਜਾ ਕਰਕੇ ਸਿੱਖਾਂ ਦੇ ਉੱਤੇ ਹਮਲੇ ਕਰਦੀਆਂ। ਮਾਤ ਪਿਤਨ ਸਿੰਘਨ ਚਿੰਤਾ ਪਈ। ਹੁਣ ਜਿਹੜੇ ਸਿੰਘਾਂ ਦੇ ਮਾਤਾ ਪਿਤਾ ਸੀ, ਹੁਣ ਮਾਪਿਓ ਨੂੰ ਤਾਂ ਚਿੰਤਾ ਹੋਣੀ ਹੈ। ਕਹਿੰਦੇ ਜਿਹੜੇ ਮਾਤਾ ਪਿਤਾ ਸੀ ਉਹਨਾਂ ਨੂੰ ਵੀ ਬਹੁਤ ਚਿੰਤਾ ਹੋਣ ਲੱਗ ਪਈ। ਮੋੜ ਲਿਆਏ ਪੁੱਤਨ ਕਈ। ਤੇ ਜਾ ਕੇ ਸਿੰਘਾਂ ਦੇ ਜਥਿਆਂ ਵਿੱਚ ਜਾ ਕੇ ਆਪਣੇ ਨੌਜਵਾਨ ਪੁੱਤਰਾਂ ਨੂੰ ਕਹਿਣਾ ਵੀ ਵਾਪਸ ਘਰ ਆ ਜਾਓ। ਸਰਕਾਰ ਹਕੂਮਤ ਨੇ, ਮੁਗਲ ਹਕੂਮਤ ਨੇ ਤੁਹਾਨੂੰ ਖਤਮ ਕਰਨ ਦੇ ਹੁਕਮ ਕੀਤੇ ਨੇ, ਘਰ ਪਰਤੇ ਆਓ। ਕੋਈ ਦੌੜੇ ਮੋੜਨ ਤਾਈ। ਸਾਰੇ ਭੱਜਦੇ ਨੇ ਵੀ ਜਾ ਕੇ ਆਪਣੇ ਬੱਚਿਆਂ ਨੂੰ, ਆਪਣੇ ਨਾਲ ਦਿਆਂ ਨੂੰ ਵਾਪਸ ਲੈ ਕੇ ਆਈਏ। ਪੁੱਤਰ ਰਲੇ ਥੇ ਲੁੱਟਣ ਤਾਈ। ਪਰ ਖਾਲਸਾ ਜੀ ਗੁਰੂ ਕੇ ਸਿੱਖਾਂ ਦੇ ਵਿੱਚ ਤੇ ਉਹ ਰਲੇ ਇਸ ਕਰਕੇ ਸਨ ਵੀ ਮੁਗਲ ਹਕੂਮਤ ਨੂੰ ਜਾ ਕਰਕੇ ਲੁੱਟ ਲਈਏ, ਇਹਨਾਂ ਦਾ ਰਾਜ ਮਲੀਆ ਮੇਟ ਕਰ ਦਈਏ। ਸੋ ਇਸ ਕਰਕੇ ਕਹਿੰਦੇ ਵੀ ਉਹ ਭਾਵੇਂ ਵਾਪਸ ਲਿਜਾਣਾ ਚਾਹੁੰਦੇ ਪਰ ਵਾਪਸ ਜਾਂਦੇ ਨਹੀਂ, ਕਿਉਂਕਿ ਖਾਲਸਾ ਜੀ ਇਹ ਵੀ ਇਤਿਹਾਸ ਦੇ ਵਿੱਚ ਮਿਲਦਾ ਹੈ। ਥੋੜਾ ਜਿਹਾ ਜੇ ਭਾਵਨਾ ਦੇ ਨਾਲ ਸਰਵਣ ਕਰੀਏ ਤੇ ਸਮਝ ਆ ਜਾਵੇਗਾ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਪੂਰਬਲੇ ਜਨਮ ਦੇ ਵਿੱਚ ਹੇਮਕੁੰਟ ਸਾਹਿਬ ਤਪੱਸਿਆ ਕਰਦੇ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਿਤ ਹੈ ਤਹਾਂ। ਕਹਿੰਦੇ ਉਸ ਹੇਮਕੁੰਟ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਜੀ ਜਦੋਂ ਦੈਂਤਾਂ ਦੇ ਨਾਲ ਜੰਗ ਯੁੱਧ ਹੋਇਆ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮੁਕਾਬਲਾ ਹੋਇਆ, ਕਹਿੰਦੇ ਦੈਂਤਾਂ ਨੂੰ ਜਦੋਂ ਮਹਾਰਾਜ ਮਾਰਦੇ, ਉਹਨਾਂ ਦਾ ਲਹੂ ਧਰਤੀ ਤੇ ਡੁੱਲਦਾ ਨਾ, ਕਹਿੰਦੇ ਜਿੱਥੇ ਜਿੱਥੇ ਦੈਂਤਾਂ ਦਾ ਖੂਨ, ਦੈਂਤਾਂ ਦੇ ਰਕਤ ਦੀਆਂ ਬੂੰਦਾਂ ਧਰਤੀ ਤੇ ਡਿੱਗਣੀਆਂ, ਉੱਥੋਂ ਹੋਰ ਦੈਂਤ ਖੜੇ ਹੋ ਜਾਣੇ, ਰਾਖਸ਼ਾਂ ਦਾ ਖਾਤਮਾ ਨਾ ਹੋਣਾ। ਕਹਿੰਦੇ ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇੱਕ ਸ਼ੇਰ ਦੀ ਖੱਲ ਦਿੱਤੀ।
ਕਹਿੰਦੇ ਜਦੋਂ ਸ਼ੇਰ ਦੀ ਖੱਲ ਝਾੜਦੇ, ਜਿੰਨੀ ਵਾਰ ਸ਼ੇਰ ਦੀ ਖੱਲ ਝਾੜਦੇ ਓਨੇ ਜ਼ਿਆਦਾ ਬੱਬਰ ਸ਼ੇਰ ਪ੍ਰਗਟ ਹੋ ਜਾਂਦੇ ਤੇ ਬੱਬਰ ਸ਼ੇਰ ਉਹਨਾਂ ਦਾ ਖੂਨ ਧਰਤੀ ਤੇ ਡਿੱਗਣ ਤੋਂ ਪਹਿਲਾਂ ਪਹਿਲਾਂ ਦੈਂਤਾਂ ਨੂੰ ਲੰਘਾ ਜਾਂਦੇ। ਕਹਿੰਦੇ ਉਸ ਤੋਂ ਬਾਅਦ ਜਦੋਂ ਜੰਗ ਸਮਾਪਤ ਹੋਇਆ ਤੇ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਜਦੋਂ ਮਹਾਰਾਜ ਨੇ ਤਪੱਸਿਆ ਕੀਤੀ, ਪਰਮਾਤਮਾ ਨੇ ਕਿਹਾ ਵੀ ਧਰਤੀ ਤੇ ਜਾ ਕੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਪੰਥ ਚਲਾਓ। ਹਮ ਇਹ ਕਾਜ ਜਗਤ ਮੁ ਆਏ, ਧਰਮ ਹੇਤ ਗੁਰਦੇਵ ਪਠਾਏ। ਜੋ ਮਹਾਰਾਜ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਤਾਂ ਮਹਾਰਾਜ ਨੂੰ ਕਿਹਾ ਪੰਥ ਚਲਾਓ, ਤੇ ਜਿਹੜੇ ਪੰਥ ਦੇ ਭੁਜੰਗੀ ਹੋਣਗੇ ਆ ਬੱਬਰ ਸ਼ੇਰ ਹੋਣਗੇ, ਇਹਨਾਂ ਨੂੰ ਕੋਈ ਜਿੰਨੀ ਵਾਰ ਝਾੜੇਗਾ ਇਹ ਓਨੇ ਜ਼ਿਆਦਾ ਪ੍ਰਗਟ ਹੋ ਜਾਣਗੇ। ਖਾਲਸਾ ਜੀ ਇਸੇ ਕਰਕੇ ਅੱਜ ਜਿੰਨਾ ਜ਼ਿਆਦਾ ਕੋਈ ਸਿੱਖਾਂ ਨੂੰ ਦਬਾਉਣ ਦਾ ਯਤਨ ਕਰਦਾ ਇਹ ਓਨਾ ਜ਼ਿਆਦਾ ਉੱਭਰ ਜਾਂਦੇ ਨੇ, ਦੱਬਦੇ ਨਹੀਂ। ਤੇ ਦੂਸਰਾ ਇਹ ਵੀ ਬਚਨ ਮਹਾਂਪੁਰਖਾਂ ਨੇ ਕਰਿਆ ਕਰਨਾ ਕਿ ਜਦੋਂ ਕੋਈ ਗੁਰੂ ਨਾਨਕ ਸਾਹਿਬ ਦਾ ਸਿੱਖ ਸੱਜਦਾ ਹੈ ਨਾ, ਇਹ ਨਾ ਸਮਝੇ ਵੀ ਕੋਈ ਨਵਾਂ ਗੁਰੂ ਕਾ ਸਿੰਘ ਸੱਜ ਗਿਆ ਤੇ ਆਪਣੀ ਮਰਜ਼ੀ ਦੇ ਨਾਲ ਸੱਜ ਗਿਆ। ਕੋਈ ਨਵਾਂ ਗੁਰੂ ਕਾ ਸਿੱਖ ਨਹੀਂ ਸੱਜਦਾ, ਬਲਕਿ ਪੂਰਬਲੇ ਕਰਮ ਹੁੰਦੇ ਨੇ। ਜਿਹੜਾ ਪੂਰਬਲੇ ਕਰਮਾਂ ਦੇ ਵਿੱਚ, ਪੂਰਬਲੇ ਜਨਮਾਂ ਦੇ ਵਿੱਚ ਰਹਿ ਕੇ ਗੁਰਸਿੱਖੀ ਕਮਾਈ ਹੁੰਦੀ ਹੈ ਜਿੰਨੇ, ਉਹੀ ਦੁਬਾਰਾ ਗੁਰੂ ਨਾਨਕ ਦਾ ਸਿੱਖ ਸੱਜਦਾ ਹੈ। ਤੇ ਜਾਂ ਫਿਰ ਜਿਹਨੂੰ ਸਤਿਗੁਰੂ ਖੁਦ ਚੁਣ ਲੈਣ, ਜਿਹਦੇ ਉੱਤੇ ਸਤਿਗੁਰੂ ਖੁਦ ਕਿਰਪਾ ਕਰ ਦੇਣ, ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਆ ਜਾਂਦਾ ਹੈ। ਸੋ ਖਾਲਸਾ ਜੀ ਇਸ ਤਰ੍ਹਾਂ ਹੁਣ ਲਖਪਤ ਰਾਏ ਨੇ ਫੌਜਾਂ ਚੜਾ ਦਿੱਤੀਆਂ ਵੀ ਜਾ ਕਰਕੇ ਸਿੱਖਾਂ ਦਾ ਖਾਤਮਾ ਕਰ ਦਿਓ। ਕਹੈ ਮਾਤ ਤੁਮ ਘਰ ਸੁਤ ਚੱਲੋ। ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਐਲਾਨ ਹੋਏ ਤੇ ਮਾਤਾ ਪਿਤਾ ਆਏ, ਆ ਕੇ ਕਹਿੰਦੇ ਵੀ ਘਰ ਚਲੋ। ਪਰ ਅੱਗੋਂ ਗੁਰੂ ਕੇ ਸਿੰਘ ਜਿਹੜੇ ਨੌਜਵਾਨ ਸਤਿਗੁਰੂ ਦੇ ਪੰਥ ਨੂੰ ਸਮਰਪਿਤ ਨੇ, ਉਹ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਕਿ ਆਪ ਜੀ ਘਰੇ ਚਲੇ ਜਾਓ, ਪਰ ਅਸੀਂ ਹੁਣ ਇਸੇ ਗੁਰੂ ਨਾਨਕ ਦੇ ਪੰਥ ਵਾਸਤੇ ਕੁਰਬਾਨੀਆਂ ਪਾਵਾਂਗੇ। ਸੀਸ ਮੁਨਾਏ ਜੱਟਨ ਵਿੱਚ ਰੱਲੋ। ਖਾਲਸਾ ਜੀ ਪਰਮਾਪਿਓ ਕਹਿੰਦੇ ਵੀ ਤੁਸੀਂ ਆਓ, ਕੇਸਾਂ ਤੋਂ ਕੀ ਲੈਣਾ, ਮਾਰੇ ਜਾਓਗੇ ਜੇ ਕੇਸ ਰੱਖੋਗੇ। ਕੇਸ ਛੱਡ ਕੇ ਦੁਬਾਰਾ ਫਿਰ ਆਪਣੇ ਜੱਟ ਜ਼ਿਮੀਂਦਾਰ ਭਰਾਵਾਂ ਵਿੱਚ ਰਲ ਜਾਓ ਤੇ ਕੇਸਾਂ ਧਾਰੀਆਂ ਨੂੰ ਛੱਡ ਦਿਓ। ਪਰ ਗੁਰੂ ਕੇ ਸਿੱਖ ਕਹਿੰਦੇ ਹਮਰੀ ਜਾਤ ਪਾਤ ਹਮ ਵੇਚਿਓ ਸਿਰ ਗੁਰ ਕੇ ਹਾਰ। ਅਸੀਂ ਤਾਂ ਮਾਈ ਹੁਣ ਜਾਤ ਪਾਤ ਵੇਚ ਦਿੱਤੀ, ਸਾਡੀ ਜਾਤ ਤਾਂ ਕੇਵਲ ਖਾਲਸਾ ਹੈ, ਸਾਡੀ ਪੱਤ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਹੈ। ਹੁਣ ਹੋਵਾਂਗੇ ਤੇ ਕਲਗੀਆਂ ਵਾਲੇ ਵਾਸਤੇ ਕੁਰਬਾਨ ਹੀ ਹੋਵਾਂਗੇ। ਦੋਹਰਾ ਜੋ ਪੱਕੇ ਥੇ ਸੋ ਰਹੇ, ਕੱਚੇ ਗਏ ਸੋ ਪਾਰ। ਸੋ ਜਿਹੜੇ ਪੱਕੇ ਗੁਰੂ ਕੇ ਸਿੱਖ ਸੀ, ਜਿਨ੍ਹਾਂ ਤੇ ਅਪਾਰ ਬਖਸ਼ਿਸ਼ ਰਹਿਮਤ ਸੀ, ਉਹ ਰਹਿ ਗਏ। ਜਿਹੜੇ ਥੋੜੇ ਦਿਲੇ ਵਾਲੇ ਸਨ, ਜਿਹੜੇ ਕੱਚੇ ਸੀ, ਉਹ ਵਾਪਸ ਨੂੰ ਚਲੇ ਗਏ। ਮਰੇ ਗਏ ਸਭ ਸੁਰਗ ਨੋ, ਜੀਏ ਕਰਿਓ ਤਿਨ ਰਾਜ। ਕਿਉਂਕਿ ਖਾਲਸਾ ਜੀ ਜਿਹੜੇ ਗੁਰੂ ਕੇ ਸਿੱਖ ਸੀ, ਉਹਨਾਂ ਨੂੰ ਭਰੋਸਾ ਸੀ ਕਿ ਜੇ ਦੁਸ਼ਮਣ ਨੇ ਮਾਰ ਵੀ ਦਿੱਤਾ ਤੇ ਕਲਗੀਆਂ ਵਾਲੇ ਦੀ ਗੋਦ ਵਿੱਚ ਬਵਾਂਗੇ, ਤੇ ਜੇ ਜਿੱਤ ਗਏ ਤੇ ਫਿਰ ਜੋ ਕਲਗੀਆਂ ਵਾਲਿਆਂ ਦਾ ਬਚਨ ਹੈ, ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਜਾਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਤਾਂ ਉਹ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਾਤਸ਼ਾਹੀ ਹੈ, ਉਸ ਪਾਤਸ਼ਾਹੀ ਨੂੰ ਜ਼ਰੂਰ ਮੰਨਾਂਗੇ। ਜੋ ਪਈ ਅਸਲ ਖਾਲਸਾ ਸੋ ਰਹਿਓ। ਸੋ ਜਿਹੜੇ ਖਾਲਸੇ ਸੀ, ਜਿਹੜੇ ਗੁਰੂ ਤੇ ਭਰੋਸਾ ਰੱਖਦੇ ਸੀ, ਉਹ ਜਥੇ ਦੇ ਵਿੱਚ ਰਹਿ ਗਏ। ਪਰਿਓ ਮੁਕਾਬਲ ਦੂਹੂ ਵੱਲ ਤਹਿਓ। ਹੁਣ ਦੋਵਾਂ ਦਾ ਮੁਕਾਬਲਾ ਹੋਣ ਲੱਗਾ, ਇੱਕ ਪਾਸੇ ਬਾਬੇ ਕੇ ਤੇ ਇੱਕ ਪਾਸੇ ਬਾਬਰ ਕੇ। ਬਾਬੇ ਕੇ ਬਾਬਰ ਕੇ ਦਊ, ਆਪ ਕਰੇ ਪਰਮੇਸ਼ਰ ਸਊ। ਇੱਕ ਪਾਸੇ ਬਾਬਰ ਦੀ ਫੌਜ ਹੈ, ਇੱਕ ਪਾਸੇ ਬਾਬਿਆਂ ਦੀ ਫੌਜ ਹੈ। ਪਰ ਬਾਬਰ ਕੇ ਵਾਲੇ ਜਿੰਨੀ ਮਰਜ਼ੀ ਗਿਣਤੀ ਵਿੱਚ ਹੋਣ, ਜਿੱਤ ਹਮੇਸ਼ਾ ਬਾਬੇ ਕਿਆਂ ਦੀ ਹੁੰਦੀ ਹੈ। ਤੁਰਕ ਸੋ ਆਟਾ ਸਿੰਘ ਸੋ ਲੂਣ। ਹੁਣ ਕਹਿੰਦੇ ਤੁਰਕ ਤਾਂ ਆਟੇ ਦੀ ਤਰ੍ਹਾਂ ਨੇ, ਜਿਵੇਂ ਆਟਾ ਬਹੁਤ ਵੱਡੀ ਗਿਣਤੀ ਵਿੱਚ ਹੁੰਦਾ, ਤੇ ਕਹਿੰਦੇ ਲੂਣ ਥੋੜਾ ਜਿਹਾ ਹੀ ਭਾਵੇਂ ਆਟੇ ਵਿੱਚ ਪਾ ਦਿਓ, ਪਰ ਖਾਲਸਾ ਜੀ ਭਾਜਣਾ ਪਾ ਦਿੰਦਾ। ਕਹਿੰਦੇ ਹੁਣ ਤੁਰਕ ਤੇ ਆਟੇ ਵਰਗੇ ਤੇ ਗੁਰੂ ਕੇ ਸਿੰਘ ਲੂਣ ਵਰਗੇ ਨੇ। ਤੁਰਕ ਘਟਾ ਸਿੰਘ ਬਿਜਲ ਊਨ। ਹੁਣ ਕਹਿੰਦੇ ਨੇ ਜਿਹੜੇ ਤੁਰਕ ਨੇ ਉਹ ਬੱਦਲਾਂ ਵਰਗੇ, ਪਰ ਕਹਿੰਦੇ ਗੁਰੂ ਕੇ ਸਿੰਘ ਬਿਜਲੀਆਂ ਵਰਗੇ। ਤੇ ਜਦੋਂ ਬਿਜਲੀ ਚਮਕਦੀ ਹੈ ਨਾ, ਫਿਰ ਵੱਡੇ ਵੱਡੇ ਭੱਜ ਜਾਂਦੇ ਨੇ। ਦੋਹਰਾ ਦੇਖ ਸੋ ਲਸ਼ਕਰਾਤ ਘਣਾ, ਸਭ ਖਾਲਸੇ ਲਾਇਓ ਦੀਵਾਨ। ਹੁਣ ਜਦੋਂ ਤੁਰਕਾਂ ਦੀਆਂ ਫੌਜਾਂ ਚੜ੍ਹ ਕੇ ਆਉਂਦੀਆਂ ਵੱਡੀ ਗਿਣਤੀ ਦੇ ਵਿੱਚ, ਤੇ ਖਾਲਸੇ ਨੇ ਇਕੱਠੇ ਹੋ ਕਰਕੇ ਗੁਰਮਤਾ ਸੋਧਿਆ। ਇਨ ਸੋ ਸਨਮੁਖ ਕਿਮ ਲਰੈ, ਇਹ ਚੱਲ ਆਇਓ ਜਹਾਨ। ਉਦੋਂ ਫਿਰ ਖਾਲਸੇ ਆਪਸ ਵਿੱਚ ਵਿਚਾਰ ਕਰਨ ਲੱਗੇ ਵੀ ਜਿਹੜੇ ਚੜ੍ਹਾਈ ਕਰਕੇ ਆਏ ਨੇ, ਹਮਲਾ ਕਰਨ ਆਏ ਨੇ,
ਇਹਨਾਂ ਦੇ ਨਾਲ ਸਨਮੁਖ ਹੋ ਕੇ ਕਿਵੇਂ ਜੰਗ ਕਰੀਏ। ਇਸ ਤਰ੍ਹਾਂ ਖਾਲਸਾ ਜੀ ਰਣਨੀਤੀ ਬਣਾਉਣ ਲੱਗ ਪਏ। ਪਰ ਮੈਂ ਇਤਿਹਾਸ ਪੜ੍ਹਦੇ ਜਾਂ ਸੁਣਦੇ ਸੁਣਾਉਂਦੇ ਇੱਕ ਅਨੁਭਵ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਦੇ ਦਿਨ ਵੀ ਗਿਣੇ ਜਾ ਸਕਦੇ ਨੇ, ਸਾਲ ਦੇ ਦਿਨ ਗਿਣੇ ਜਾ ਸਕਦੇ ਨੇ, ਅਸਮਾਨ ਦੇ ਵਿੱਚ ਕੋਈ ਬੰਦਾ ਤਾਰੇ ਵੀ ਗਿਣ ਸਕਦਾ ਹੋਵੇਗਾ, ਪਰ ਜਿੰਨੇ ਸ਼ਹੀਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੋਏ ਉਹਨਾਂ ਸ਼ਹੀਦਾਂ ਦੀ ਕੋਈ ਗਿਣਤੀ ਨਹੀਂ ਗਿਣ ਸਕਦਾ। ਭਾਵ ਕਈ ਸ਼ਹੀਦਾਂ ਦਾ ਨਾਮ ਤੇ ਇਤਿਹਾਸ ਵਿੱਚ ਆਉਂਦਾ ਹੈ, ਪਰ ਇਸ ਘੱਲੂਘਾਰੇ ਵਿੱਚ ਆਪਾਂ ਅੱਗੇ ਸਰਵਣ ਕਰਾਂਗੇ ਵੀ 30,000 ਤੋਂ ਵੱਧ ਗੁਰੂ ਕੇ ਸਿੱਖ ਸ਼ਹੀਦ ਹੋਏ ਇੱਕੋ ਦਿਨ ਦੇ ਵਿੱਚ, ਤੇ ਉਸ ਤੋਂ ਬਾਅਦ ਵੀ ਸ਼ਹੀਦੀਆਂ ਪਾਉਂਦੇ ਰਹੇ, ਤੇ ਕਈਆਂ ਦਾ ਤੇ ਨਾਮ ਵੀ ਨਹੀਂ। ਕਈ ਗੁਰੂ ਕੇ ਸਿੱਖ ਨਾਲ ਦੀ ਨਾਲ ਰਲ ਕੇ ਸ਼ਹੀਦੀਆਂ ਪਾਉਂਦੇ ਰਹੇ। ਸ਼ਹੀਦਾਂ ਦੀ ਗਿਣਤੀ ਕਰਨੀ ਹੀ ਨਾਮੁਮਕਿਨ ਹੈ। ਇਹੋ ਕਾਰਨ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਤੇ ਗੁਰੂ ਘਰ ਦੇ ਸ਼ਹੀਦਾਂ ਦੀ ਸਦਾ ਕਿਰਪਾ ਸਿੱਖਾਂ ਦੇ ਉੱਤੇ ਵਰਤਦੀ ਹੈ। ਸੋ ਸਤਿਗੁਰ ਕਿਰਪਾ ਕਰਨ, ਕੱਲ ਨੂੰ ਆਪਾਂ ਅੱਗੇ ਘੱਲੂਘਾਰੇ ਦਾ ਇਤਿਹਾਸ ਸਰਵਣ ਕਰਾਂਗੇ। ਅਰਦਾਸ ਕਰਨੀ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਸੋ ਆਓ ਅਖੀਰ ਦੇ ਵਿੱਚ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਤੇ ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਖਾਲਸਾ ਮੂਲ ਮੰਤਰ ਦੀ ਕਥਾ ਵਿਸ਼ੇਸ਼ ਤੌਰ ਤੇ ਆਪ ਸਭ ਸੰਗਤ ਦੇ ਸਨਮੁਖ ਵਿਚਾਰ ਕੀਤੀ ਜਾਵੇਗੀ। ਵਿਸਾਖੀ ਦੇ ਸਮਾਗਮਾਂ ਦੇ ਵਿੱਚ ਜਿਸ ਬਾਣੀ ਵਿੱਚ ਅੰਮ੍ਰਿਤ ਸੰਚਾਰ ਬਾਰੇ, ਪੰਜਾਂ ਪਿਆਰਿਆਂ ਬਾਰੇ, ਆਨੰਦਪੁਰ ਸਾਹਿਬ ਬਾਰੇ ਦੱਸਿਆ ਗਿਆ, ਉਹਦੀ ਵਿਚਾਰ ਕੀਤੀ ਜਾਵੇਗੀ। ਉਹਦੇ ਵਿੱਚ ਵੀ ਆਪ ਜੀ ਨੇ ਵੱਧ ਚੜ ਕੇ ਹਾਜ਼ਰੀ ਭਰਨੀ। ਸੋ ਆਓ ਜੀ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਅਤੇ ਬੇਨਤੀ ਹੈ ਖਾਲਸਾ ਜੀ 23 ਅਪ੍ਰੈਲ ਨੂੰ ਜੋ ਪੰਥ ਪ੍ਰਕਾਸ਼ ਦੀ ਇਤਿਹਾਸ ਦੀ ਕਥਾ ਹੈ, ਇਹਦੀ ਸਮਾਪਤੀ ਦਾ ਸਮਾਗਮ ਵੀ ਆਰੰਭਿਆ ਜਾਵੇਗਾ, ਉਹਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ। ਸੋ ਆਓ ਜੀ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸਰੂ ਮੈਂ ਨਿਰਗੁਣ ਗੁਣ ਨਹੀਂ, ਕੋਇ ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਗ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ